सत श्री अकाल, स्वागत है एक बार फिर तो तुहाडा गौरव शुक्ला। मैं हाँ तुहाडे नाल हाज़र हाँ खबरां दा प्राइम टाइम लैके। प्राइम टाइम च अज गल बंद पे राहां दी। जी हाँ, जदों राह ही बंद हो जाण तां फिर अगे वधण दा राह बचे किहड़ा। दिल्ली दे बार्डरां ते बैठे किसानां दे प्रदर्शन नूं कुछ दिन बाद 11 महीने हो जाणगे ते महीने कु बाद साल हो जाएगा। करीब 1 साल तो दिल्ली नूं जांदे राह बंद ने तां करीब 9 महीनਿਆਂ तो गलबात दे राह भी बंद ने। ਇਹ ਜਿਹੜੇ ਰਾਹ ਬੰਦ ਨੇ ਉਹ ਗੱਲਬਾਤ ਦੇ ਵੀ ਨੇ ਤੇ ਦਿੱਲੀ ਨੂੰ ਜਾਂਦੀਆਂ ਸੜਕਾਂ ਦੇ ਵੀ ਨੇ। ਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨੂੰ ਝਾੜ ਪਾਈ ਗਈ ਹੈ। ਟਿੱਪਣੀ ਵੀ ਕੀਤੀ ਗਈ ਕਿ ਪ੍ਰਦਰਸ਼ਨ ਤੁਹਾਡਾ ਅਧਿਕਾਰ ਹੈ, ਪਰ ਅਣਮਿੱਥੇ ਸਮੇਂ ਦੇ ਲਈ ਸੜਕਾਂ ਦਾ ਜਾਮ ਨਹੀਂ ਰੱਖੀਆਂ ਜਾ ਸਕਦੀਆਂ। ਹੁਣ ਸਵਾਲ ਇਹ ਹੈ ਕਿ ਜੇਕਰ ਰਾਹ ਸਾਰੇ ਬੰਦ ਨੇ ਤਾਂ ਫਿਰ ਹੱਲ ਹੋਵੇਗਾ ਕਿਵੇਂ? कि किसी मैदान च प्रदर्शन नूं शिफ्ट करके जे ਸਿੰਘੂ या फिर टिकरी बॉर्डर वाला प्रदर्शन रामलीला मैदान या किसी होर मैदान शिफ्ट कर दिता जाता है ताकि इस मसले का हल हो सकेगा। जेकर सड़कों ते बैठे गल सरकार दे नाल नहीं हो रही तो फिर किसी ग्राउंड च धरना लगा के कि गलबात बहाल हो सकेगी। दूजे पासे गाजीपुर वाले पासे सर्विस लेन नूं खोल दिता गया है कि सर्विस लेन खोलण वाला विचाले दा राह हो सकता है। ਅੱਜ ਚਰਚਾ ਕਿ ਸੁਪਰੀਮ ਕੋਰਟ ਦੀ ਟਿੱਪਣੀ ਤੇ ਇਸ ਝਾੜ ਦੇ ਵਿਚਾਲੇ ਕੋਈ ਰਾਹ ਖੁੱਲੇਗਾ। गाजीपुर सरहद तो पुलिस दे हट रहे ये बैरीकेड वीरवार नूं सुप्रीम कोर्ट की सख्ती तो बाद हटे ने। किसानों वालों सर्विस लाइन खोल दी गई है। किसान आगू राकेश टिकैत ने कहा कि उन्होंने वालों राह नहीं रोकया गया सी बल्कि पुलिस वालों बैरीकेड लगाए गए सन। और हम भी यही कह रहे खाली हो जाना चाहिए। हमने क्या कोई गलत कहा, हमने क्या रास्ते रोक रखे? खाली करवा रहे हैं आज आप लोग? तो नहीं, हम क्या कोर्ट वो है खाली करवाएंगे? हमने रोक ही नहीं रखा। जिसने रोक रखा वो खाली करे। किसने रोक रखा है? ये लिख के क्या लिख रहा? दिल्ली पुलिस। और तो इसी नहीं रोक रखा। ये जाना चाहे दिल्ली जाना चाहे, आम पब्लिक है। आज इसका इस आंदोलन तो कोई मतलब नहीं है। ये तो दिल्ली जा अपने रिश्तेदारों के यहाँ से संयुक्त मोर्चा तय करेगा कब कहाँ और कैसे जाना है, वो संयुक्त मोर्चा बताएगा तय करके। वीरवार ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇੱਕ ਵਾਰ ਮੁੜ ਤੋਂ ਰਾਹ ਰੋਕਣ ਤੇ ਕਿਸਾਨਾਂ ਨੂੰ ਫਟਕਾਰ ਲਗਾਈ। ਅਦਾਲਤ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਦਾ ਅਧਿਕਾਰ ਹੈ, ਪਰ ਇਸ ਤਰ੍ਹਾਂ ਅਣਮਿੱਥੇ ਸਮੇਂ ਦੇ ਲਈ ਸੜਕਾਂ ਜਾਮ ਨਹੀਂ ਕੀਤੀਆਂ ਜਾ ਸਕਦੀਆਂ। ਜਸਟਿਸ ਐਸ.ਕੇ. ਕੌਲ ਅਤੇ ਸੀ.ਟੀ. ਰਵੀ ਕੁਮਾਰ ਦੀ ਬੈਂਚ ਨੇ ਕਿਹਾ ਕਿ ਕੁਝ ਤਾਂ ਹੱਲ ਕੱਢਣਾ ਹੀ ਹੋਵੇਗਾ। ਸੁਣਵਾਈ ਦੌਰਾਨ ਸੰਯੁਕਤ ਕਿਸਾਨ ਮੋਰਚੇ ਤੋਂ ਸਵਾਲ ਕੀਤਾ ਗਿਆ ਕਿ ਕਿਸਾਨਾਂ ਨੂੰ ਸੜਕਾਂ ਤੇ ਜਾਮ ਲਗਾਉਣ ਦਾ ਅਧਿਕਾਰ ਹੈ। ਇਸ ਤੇ ਕਿਸਾਨਾਂ ਨੇ ਕਿਹਾ ਪੁਲਿਸ ਸੜਕ ਪ੍ਰਬੰਧਨ ਨੂੰ ਬਿਹਤਰ ਕਰ ਸਕਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰ ਸਕਦੀ ਤਾਂ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਜਾਂ ਫਿਰ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਇਸ ਮਾਮਲੇ ਵਿੱਚ ਕਿਸਾਨ ਜਥੇਬੰਦੀਆਂ ਤੋਂ 3 ਹਫ਼ਤੇ ਦਾ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਕਿਸਾਨਾਂ ਨੂੰ ਝਾੜ ਪਾ ਚੁੱਕੀ ਹੈ। ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਮੰਗ ਰਹੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਪੂਰੇ ਦਿੱਲੀ ਸ਼ਹਿਰ ਦਾ ਦਮ ਘੋਟ ਦਿੱਤਾ ਹੈ, ਹਾਈਵੇ ਜਾਮ ਕਰ ਦਿੱਤਾ ਹੈ, ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਜਸਟਿਸ A.M. ਖਾਨ ਵਿਲਸਕ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਸੀ ਕਿ ਕਿਸੇ ਕਾਨੂੰਨ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇਣ ਤੋਂ ਬਾਅਦ ਕੋਰਟ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਦਿੱਲੀ ਤੋਂ ਸੁਸ਼ੀਲ ਪਾਂਡੇ, ਨਿਊਜ਼ 18 ਪੰਜਾਬ। ਤਾਂ ਜਿਸ ਮੁੱਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਸਾਨਾਂ ਦੇ ਪੂਰੇ ਪ੍ਰਦਰਸ਼ਨ ਨੂੰ ਲੈ ਕੇ, ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਬੰਦ ਗੱਲਬਾਤ ਨੂੰ ਲੈ ਕੇ ਬਹੁਤ ਵਾਰ ਗੱਲ ਪਹਿਲਾਂ ਵੀ ਹੋ ਚੁੱਕੀ ਹੈ। ਪਰ ਅੱਜ ਜੋ ਅਹਿਮ ਇਸ਼ੂ ਹੈ, ਦੋ ਗੱਲਾਂ ਨੇ। ਇੱਕ ਕਿ ਸੁਪਰੀਮ ਕੋਰਟ ਜੇ ਕਹਿ ਰਿਹਾ ਹੈ ਕਿ ਤੁਸੀਂ ਅਣਮਿੱਥੇ ਦੇ ਸਮੇਂ ਲਈ ਸੜਕਾਂ ਬੰਦ ਨਹੀਂ ਕਰ ਸਕਦੇ ਤਾਂ ਕਿ ਕਿਸਾਨ ਸੁਣਨਗੇ। 3 ਹਫ਼ਤੇ 'ਚ ਜਵਾਬ ਮੰਗਿਆ ਗਿਆ ਹੈ ਤਾਂ ਕਿ ਸੰਯੁਕਤ ਕਿਸਾਨ ਮੋਰਚਾ ਕੋਈ ਪਹਿਲ ਕਰੇਗਾ ਸੁਪਰੀਮ ਕੋਰਟ ਜਾ ਕੇ ਆਪਣੀ ਗੱਲ ਰੱਖਣ ਦੇ ਲਈ। ਤੇ ਇਸ ਦੇ ਨਾਲ ਸਵਾਲ ਇਹ ਵੀ ਹੈ ਕਿ ਸ਼ਿਫਟ ਕੀਤਾ ਜਾ ਸਕਦਾ ਹੈ ਇਸ ਪੂਰੇ ਧਰਨੇ ਪ੍ਰਦਰਸ਼ਨ ਨੂੰ ਕਿਸੇ ਗਰਾਊਂਡ ਦੇ ਵਿੱਚ ਕਿ ਵਾਕਈ SKM ਸੰਯੁਕਤ ਕਿਸਾਨ ਮੋਰਚਾ ਇਸ ਦੇ ਲਈ ਤਿਆਰ ਹੋ ਜਾਏਗਾ। ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਸਾਡੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਤੀਕਸ਼ਣ ਸੂਦ ਜੀ ਜੁੜ ਰਹੇ ਨੇ, ਸਾਬਕਾ ਮੰਤਰੀ ਨੇ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ-ਬਹੁਤ ਸਵਾਗਤ ਹੈ ਸੂਦ ਸਾਹਿਬ ਤੁਹਾਡਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਲਾਇਰ ਵੀ ਨੇ, ਸੁਪਰੀਮ ਕੋਰਟ ਦਾ ਮਸਲਾ ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਮਰਦੀਪ ਸਿੰਘ ਧਾਰਨੀ ਜੀ ਜੁੜ ਰਹੇ ਨੇ। ਬਹੁਤ-ਬਹੁਤ ਸਵਾਗਤ ਹੈ ਧਾਰਨੀ ਸਾਹਿਬ ਸਾਡੇ ਇਸ ਸ਼ੋਅ ਦੇ ਵਿੱਚ। ਅੱਜ
ਪ੍ਰਿੰਸ ਖੁੱਲਰ ਜੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸੀਨੀਅਰ ਲੀਡਰ ਨੇ। ਖੁੱਲਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਤੇ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਮਨਜੀਤ ਸਿੰਘ ਰਾਏ ਜੀ ਵੀ ਜੁੜਨਗੇ, ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਨੂੰ ਉਹਨਾਂ ਦੇ ਵੱਲੋਂ ਰਿਪਰੈਜ਼ੈਂਟ ਕੀਤਾ ਜਾਏਗਾ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਜੁੜਨਗੇ ਮਨਜੀਤ ਸਿੰਘ ਰਾਏ ਜੀ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਗੱਲ ਅੱਜ ਬੀਜੇਪੀ ਤੋਂ। ਅੱਜ ਸਵਾਲ ਬੀਜੇਪੀ ਤੋਂ। ਸੂਦ ਸਾਹਿਬ, ਪਹਿਲਾ ਸਵਾਲ, ਸੁਪਰੀਮ ਕੋਰਟ ਕਹਿ ਰਿਹਾ ਹੈ ਕਿ ਅਣਮਿੱਥੇ ਸਮੇਂ ਦੇ ਲਈ ਸੜਕਾਂ ਜਾਮ ਨਹੀਂ ਹੋ ਸਕਦੀਆਂ। ਇਹ ਟਿੱਪਣੀ ਸਿਰਫ ਕਿਸਾਨਾਂ ਤੱਕ ਸਮਝ ਰਹੇ ਹੋ ਕਿ ਕਿਸਾਨਾਂ ਨੂੰ ਕਹਿ ਦਿੱਤਾ? ਇਹ ਤਾਂ ਸਰਕਾਰ ਨੂੰ ਵੀ ਹੈ ਇਨਡਾਇਰੈਕਟਲੀ ਕਿ ਤੁਸੀਂ ਅਣਮਿੱਥੇ ਸਮੇਂ ਲਈ ਸੜਕਾਂ ਜਾਮ ਨਹੀਂ ਰਖਵਾ ਸਕਦੇ, ਮਸਲੇ ਤੁਹਾਨੂੰ ਹੱਲ ਕਰਨੇ ਹੋਣਗੇ ਜਾਂ ਕਰਵਾਉਣੇ ਹੋਣਗੇ। ਕਿਵੇਂ ਦੇਖ ਰਹੇ ਹੋ ਸੁਪਰੀਮ ਕੋਰਟ ਦੀ ਟਿੱਪਣੀ ਨੂੰ? ਬੀਜੇਪੀ ਕਿਵੇਂ ਦੇਖ ਰਹੀ ਹੈ? ਸੁਪਰੀਮ ਕੋਰਟ ਨੇ ਜੋ ਕੁਝ ਕਿਹਾ ਗੌਰਵ ਜੀ, ਉਹ ਉਹੀ ਕਿਹਾ ਜੋ ਕਾਨੂੰਨ ਕਹਿੰਦਾ ਹੈ। ਸੋ ਇਹਦੀ ਹੋਰ ਇੰਟਰਪ੍ਰੀਟੇਸ਼ਨ ਕਰਨਾ ਮੈਂ ਸਮਝਦਾ ਉਹ ਸੁਪਰੀਮ ਕੋਰਟ ਦੀ ਟਿੱਪਣੀ ਦੇ ਅਨੁਕੂਲ ਨਹੀਂ ਹੈਗਾ। ਮਸਲਾ ਹੱਲ ਨਹੀਂ ਹੋਣਾ, ਇਹਦੇ ਕਰਕੇ ਸੜਕਾਂ ਜਾਮ ਜ਼ਰੂਰੀ ਹੋਣੀਆਂ ਆ, ਇਹ ਕੋਈ ਕਾਨੂੰਨ ਦੇ ਅੰਦਰ ਕਿਤੇ ਵੀ ਇਜਾਜ਼ਤ ਨਹੀਂ। ਬਸ ਮਸਲਾ ਹੱਲ ਨਹੀਂ ਹੁੰਦਾ ਤਾਂ ਮੈਨੂੰ ਪਤਾ ਇੱਥੇ 3-4 ਦਿਨ ਪਾਣੀ ਨਹੀਂ ਆਇਆ ਹੁਸ਼ਿਆਰਪੁਰ ਇੱਕ ਮਹੱਲੇ ਤੇ, ਉਹ ਪ੍ਰਦਰਸ਼ਨ ਕੀਤਾ ਸੜਕ ਤੇ ਟੈਂਪਰੇਰੀ 3-4 ਘੰਟੇ ਲਈ, ਤੇ ਉਹ ਲੋਕਾਂ ਨੇ ਫੋਟੋਆਂ ਸੜਕ ਅੱਧੀ ਚੱਲਦੀ ਪਈ ਆ ਤੇ ਉਹਨਾਂ ਤੇ ਨੈਸ਼ਨਲ ਹਾਈਵੇ ਐਕਟ ਦੇ ਅੰਡਰ ਪਰਚਾ ਦਰਜ ਹੋਇਆ। ਮੈਂ ਖੁਦ ਮੰਮੀ ਲਾਇਰ ਆ ਤੇ ਉਹ ਹਾਲੇ ਤੱਕ ਭੁਗਤੀ ਜਾਂਦੇ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਗਵਰਨਮੈਂਟ ਜਿਹੜੇ ਕੰਮ ਕਰਦੀ, ਜਿੱਦਾਂ ਤੁਸੀਂ ਕਹਿਤਾ ਬੈਰੀਗੇਟ ਆ ਜਾਂ ਫੈਸਲੇ ਨਹੀਂ ਹੋਏ, ਉਹਦੇ ਰਿਜ਼ਲਟੈਂਟਲੀ ਤੁਸੀਂ ਆਪਣਾ ਫੈਸਲਾ ਬਣਾ ਲਓ, ਆਪਣਾ ਕਾਨੂੰਨ ਬਣਾ ਲਓ ਵੀ ਸੜਕਾਂ ਜਾਂ ਬੈਰੀਗੇਟ ਨੂੰ ਕਹਿ ਦਿਓ। ਸੋਵਰਨ ਫੰਕਸ਼ਨ ਆ ਪੁਲਿਸ ਦਾ, ਲਾਅ ਐਂਡ ਆਰਡਰ ਮੇਨਟੇਨ ਕਰਾਣਾ, ਰੈਗੂਲੇਟ ਕਰਾਣਾ, ਜਨਤਾ ਨੂੰ ਤਕਲੀਫ ਨਾ ਹੋਵੇ, ਪ੍ਰਦਰਸ਼ਨਕਾਰੀ ਜਿਹੜੇ ਆ ਉਹ ਜਨਤਾ ਆਪਸ ਚ ਉਲਝਣ ਨਾ। ਸੋ ਉਹ ਸੋਵਰਨ ਫੰਕਸ਼ਨ ਹੁੰਦਾ ਆ ਪੁਲਿਸ ਦਾ ਤੇ ਸਾਰੇ ਮਿਲਟਰੀ ਫੋਰਸਿਸ ਜਿਹੜੀਆਂ ਵੀ ਹੁੰਦੀਆਂ ਆ। ਜੇ ਬੈਰੀਗੇਟ ਨੂੰ ਟਕੈਤ ਸਾਹਿਬ ਬੜੇ ਮਹਾਨ ਆ ਵੈਸੇ ਤਾਂ, ਅੱਜ ਕੱਲ ਉਹਨਾਂ ਦੀ ਗੱਲ ਦਾ ਕੋਈ ਬਹੁਤਾ ਧਿਆਨ ਵੀ ਨਹੀਂ ਦਿੰਦਾ, ਜੋ ਮਰਜੀ ਮਨ ਚ ਆਉਂਦਾ ਕਹਿ ਦਿੰਦੇ ਆ। ਬੈਰੀਗੇਟਾਂ ਨੂੰ ਦਿਖਾ ਕੇ ਕਹਿ ਰਹੇ ਆ ਕਿ ਰਸਤਾ ਪੁਲਿਸ ਨੇ ਰੋਕਿਆ, ਰਸਤਾ ਦਿੱਲੀ ਪੁਲਿਸ ਨੇ ਰੋਕਿਆ। ਐਸਾ ਨਹੀਂ, ਕੋਈ ਕਾਨੂੰਨ ਦੇ ਵਿੱਚ ਐਸੀ ਪਰਿਭਾਸ਼ਾ ਨਹੀਂ ਹੈ ਕਿ ਬੈਰੀਗੇਡ ਪੁਲਿਸ ਨੇ ਲਗਾਇਆ ਕਿਸੇ ਪ੍ਰੋਟੈਕਸ਼ਨ ਲਈ, ਕਿਸੇ ਗੱਲ ਲਈ। ਜਿਹੜੇ ਉੱਥੇ ਨੈਸ਼ਨਲ ਹਾਈਵੇ ਤੇ ਥੋੜਾ ਜਿਹਾ ਰਸਤਾ ਛੱਡ ਕੇ ਪੂਰਾ ਰੱਖਿਆ ਪਿਆ ਆਪਣੇ ਜੋਗਾ ਹੀ ਸਿਰਫ ਰਸਤਾ। ਤੁਸੀਂ ਕਹਿ ਰਹੇ ਹੋ ਪੁਲਿਸ ਨੇ ਰਾਹ ਨਹੀਂ ਰੋਕਿਆ? ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੇ ਰਾਹ ਨਹੀਂ ਰੋਕਿਆ, ਰਾਹ ਕਿਸਾਨਾਂ ਨੇ ਰੋਕਿਆ। ਕਿਸਾਨ ਕਹਿੰਦੇ ਅਸੀਂ ਤਾਂ ਰਾਹ ਰੋਕਿਆ ਹੀ ਨਹੀਂ। ਪੁਲਿਸ ਨੇ ਰਾਹ ਕਿੱਦਾਂ ਰੋਕਿਆ? ਬੈਰੀਗੇਡ ਤਾਂ ਸਾਰੇ ਹਿੰਦੁਸਤਾਨ ਚ, ਪੰਜਾਬ ਚ ਤਾਂ ਥਾਂ ਲੱਗੇ ਆ ਜਿੱਥੇ ਕੋਈ ਚੈਕਿੰਗਾਂ ਹੁੰਦੀਆਂ, ਹੋਰ ਹੁੰਦੀਆਂ। ਉਹ ਇੱਕ ਉਹਨਾਂ ਨੂੰ ਆਪਣੀ ਡਿਊਟੀ ਦੇਣ ਲਈ ਬਹੁਤ ਜ਼ਰੂਰੀ ਹੁੰਦਾ ਆ। ਬੈਰੀਗੇਡ ਲਾ ਕੇ ਉਹ ਰੈਗੂਲੇਟ ਕਰਦੇ ਆ, ਉਹ ਰੈਗੂਲੇਟ ਕਰਨੇ ਲਈ ਆ। ਜਿਹੜੇ ਉੱਥੇ ਪੱਕੇ ਮਕਾਨ, ਛੰਨਾ ਬਣ ਗਈਆਂ, ਛੱਤਾਂ ਪੈ ਗਈਆਂ, ਬਿਜਲੀ ਦੇ ਕਨੈਕਸ਼ਨ ਲੱਗ ਗਏ, ਹਾਂਜੀ, ਉੱਥੇ ਲਗਾਤਾਰ ਦਫ਼ਤਰ ਖੁੱਲ ਗਏ, ਉਹ ਰਸਤਾ ਰੋਕਣੇ ਦਾ ਪਾਰਟ ਆ ਜਿਹੜਾ ਸੁਪਰੀਮ ਕੋਰਟ ਨੇ ਪੁਆਇੰਟ ਆਊਟ ਕੀਤਾ। ਆਪਾਂ ਐਵੇਂ ਮਤਲਬ ਕੱਢੀ ਚਲੀਏ ਕਿ ਚਲੋ ਠੀਕ ਹੈ, ਮੈਂ ਇਸੇ ਪੁਆਇੰਟ ਦੇ ਉੱਤੇ ਮੈਂ ਚਰਚਾ ਨੂੰ ਅੱਗੇ ਵਧਾਉਣਾ। ਮੈਂ ਇਸੇ ਪੁਆਇੰਟ ਦੇ ਉੱਤੇ ਸਵਾਲ ਬਹੁਤ ਸਾਰੇ ਨੇ। ਮੈਂ ਸੂਦ ਸਾਹਿਬ ਤੁਹਾਡੇ ਕੋਲ ਵਾਪਸ ਆਵਾਂ। ਮੈਂ ਸੂਦ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਅੱਜ ਗੱਲ ਕਹਿ ਰਹੇ ਹੋ, ਦੇਖੋ ਬਹੁਤ ਦਿਨਾਂ ਤੋਂ ਅਸੀਂ ਵੀ ਸੁਣ ਰਹੇ ਹਾਂ, ਕਿਸਾਨ ਵਾਰ-ਵਾਰ ਕਹਿੰਦੇ ਨੇ ਕਿ ਅਸੀਂ ਤਾਂ ਰਾਹ ਰੋਕਿਆ ਹੀ ਨਹੀਂ, ਪੁਲਿਸ ਨੇ ਰੋਕਿਆ ਹੈ। ਮਨਜੀਤ ਸਿੰਘ ਰਾਏ ਜੀ ਸਾਡੇ ਨਾਲ ਜੁੜ ਚੁੱਕੇ ਨੇ ਐਸਕੇਐਮ ਤੋਂ। ਰਾਏ ਸਾਹਿਬ, ਪਹਿਲਾ ਸਵਾਲ ਇਹੀ, ਮੈਂ ਬਾਅਦ ਦੇ ਵਿੱਚ ਜਾਵਾਂਗਾ ਸੁਪਰੀਮ ਕੋਰਟ ਵਾਲੇ ਪਾਸੇ, ਜੋ ਉਹਨਾਂ ਦੀ ਟਿੱਪਣੀਆਂ ਨੇ, ਜੋ ਕਿਸਾਨਾਂ ਨੂੰ ਉਹ ਕਹਿ ਰਹੇ ਨੇ ਸੁਪਰੀਮ ਕੋਰਟ ਦੇ ਜੱਜ। ਪਰ ਉਸ ਤੋਂ ਪਹਿਲਾਂ ਤੁਸੀਂ ਕੀਤੀਆਂ ਸੜਕਾਂ ਬੰਦ, ਬੀਜੇਪੀ ਦੇ ਆਗੂ ਕਹਿ ਰਹੇ ਨੇ ਕਿ ਪੁਲਿਸ ਨੇ ਕਿੱਥੇ ਕੀਤੀਆਂ? ਤੁਸੀਂ ਕੀਤੀਆਂ ਨੇ ਸੜਕਾਂ ਬੰਦ, ਕਿਸਾਨਾਂ ਨੇ ਕੀਤੀਆਂ ਬੰਦ। ਦੇਖੋ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਮੈਨੂੰ ਪੂਰਾ ਸੁਣ ਨਹੀਂ ਰਿਹਾ, ਪਰ ਮੈਂ ਤੁਹਾਨੂੰ ਇਸ ਤਰ੍ਹਾਂ ਕਹਿ ਦਿੰਦਾ, ਮੈਨੂੰ ਮਾੜਾ ਸੁਣਿਆ। ਸੜਕਾਂ ਅਸੀਂ ਬਿਲਕੁਲ ਨਹੀਂ ਬੰਦ ਕੀਤੀਆਂ ਜੀ, ਔਰ ਕਲੀਅਰ ਕੱਟ ਹੈ ਕਿ ਸਰਵਿਸ ਰੋਡ ਖਾਲੀ ਛੱਡੀ ਹੋਈ ਹੈ। ਅਸੀਂ ਕੋਈ ਐਸੀ ਗੱਲ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਰੋਕਦੇ ਹਾਂ। ਸੜਕ ਤੇ ਦੀਵਾਰਾਂ ਕਰ ਰੱਖੀਆਂ ਸਰਕਾਰ ਨੇ, ਔਰ ਸਾਡੀਆਂ ਦੋਨੋਂ ਸਾਈਡ ਤੋਂ ਸਰਵਿਸ ਰੋਡ ਖਾਲੀ ਹੈ। ਤਾਂ ਸਰਕਾਰ ਜਿਹੜੀ ਆ, ਸਰਕਾਰ ਨੇ ਸੜਕ ਰੋਕੀ ਆ। ਪਹਿਲੀ ਗੱਲ ਤਾਂ ਅਸੀਂ ਨਹੀਂ ਬਿਲਕੁਲ ਰੋਕੀ ਹੋਈ ਸੜਕ, ਸਾਨੂੰ ਸਰਕਾਰ ਨੇ ਰੋਕ ਕੇ ਬਿਠਾ ਦਿੱਤਾ ਰਸਤੇ 'ਚ, ਅਸੀਂ ਉੱਥੇ ਬੈਠ ਗਏ, ਪਰ ਅਸੀਂ ਵਿੱਚ ਵਿਚਾਲੇ ਬੈਠੇ ਆ। ਸਾਈਡ ਤੋਂ ਦੋਨੋਂ ਸਾਈਡ ਸਰਵਿਸ ਰੋਡ ਚਾਲੂ ਆ, ਸਾਰੇ ਲੋਕ ਕੰਮਾਂ ਕਰਨ ਵਾਲੇ ਜਾ ਰਹੇ ਨੇ ਆਪਣੇ ਕੰਮਾਂ ਤੇ। ਔਰ ਮੈਂ ਇਹ ਕਹਾਂਗਾ ਕਿ ਉੱਥੋਂ ਜਾ ਕੇ ਜਿੱਥੇ ਮੋਰੇ ਦੀਵਾਰ ਆ, ਤੁਸੀਂ ਸਿੰਘੂ ਦਾ ਜ਼ਿਕਰ ਕਰ ਰਹੇ ਹੋ? ਨਹੀਂ, ਤੁਸੀਂ ਸਿੰਘੂ ਦਾ ਜ਼ਿਕਰ ਕਰ ਰਹੇ ਹੋ ਕਿ ਸਿੰਘੂ ਵਾਲੇ ਪਾਸੇ ਵੀ ਖਾਲੀ ਨੇ ਸੜਕਾਂ, ਸਰਵਿਸ ਲੇਨ ਚੱਲ ਰਹੀ ਹੈ? ਬਿਲਕੁਲ, ਸਿੰਘੂ ਵਾਲੇ ਪਾਸੇ ਗਾਜੀਪੁਰ ਔਰ ਮੈਂ ਕਹੂੰਗਾ ਟਿਕਰੀ ਮੋਰੇ ਦੀਵਾਰਾਂ ਕਰ ਰੱਖੀਆਂ ਜੀ। ਸਿੰਘੂ ਵੀ ਜਿਹੜੀ ਗਲੀਆਂ ਦੇ ਵਿੱਚ ਗਾਜ਼ੀਪੁਰ ਤਾਂ ਅੱਜ ਖੁੱਲੇ ਨਾ ਸਰ, ਗਾਜ਼ੀਪੁਰ ਤਾਂ ਅੱਜ ਖੁੱਲਿਆ ਜਾਂਦੇ ਨੇ, ਸਾਰੀ ਰੋਡ ਚੱਲਦੀ ਹੈ, ਸਾਡੇ ਪੁੱਛੇ ਤੋਂ ਲੋਕ ਲੰਘ ਜਾਂਦੇ ਨੇ, ਜਿੱਥੋਂ ਦੀਵਾਰ ਹੈ ਉੱਥੋਂ ਗਲੀਆਂ 'ਚ ਘੁੰਮ ਕੇ ਪਰੇਸ਼ਾਨ ਹੋ ਗਏ। ਠੀਕ ਹੈ, ਮੈਂ ਇੱਕ ਸੂਦ ਸਾਹਿਬ ਦਾ ਰਿਐਕਸ਼ਨ ਲੈਣਾ। ਸੂਦ ਸਾਹਿਬ ਦੇਖੋ, ਗੱਲ ਬਹੁਤ ਕਲੀਅਰ ਹੈ ਕਿ ਜੇ ਬੈਰੀਕੇਡ ਲੱਗੇ ਹੋਏ ਨੇ ਚੁੱਕ ਕੇ ਤਾਂ ਦੇਖੋ, ਕਿਆ ਪਤਾ ਕਿਸਾਨ ਨਾ ਰੋਕਣ, ਜੇ ਤੁਸੀਂ ਬਾਰ-ਬਾਰ ਕਹੀ ਜਾਂਦੇ ਹੋ।
ਫਿਰ ਸਵਾਲ ਤਾਂ ਉਹੀ ਆ ਗਿਆ ਨਾ ਕਿ ਜੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪੁਲਿਸ ਚੁੱਕ ਦੇਵੇ ਬੈਰੀਕੇਡ, ਉੱਥੇ ਕਹਿੰਦੇ ਦੀਵਾਰਾਂ ਬਣਾਤੀਆਂ। ਬਿਲਕੁਲ ਜਿਹੜੀਆਂ ਦੀਵਾਰਾਂ ਬਣਾਈਆਂ ਉਹਨਾਂ ਨਾਲ ਪਰੇਸ਼ਾਨੀ ਆ, ਸਾਡੇ ਨਾਲ ਕੋਈ ਪਰੇਸ਼ਾਨੀ ਨਹੀਂ। ਇਹ ਬਿਲਕੁਲ ਸਾਜ਼ਿਸ਼ ਹੈ ਬੀਜੇਪੀ ਦੀ। ਚਲੋ ਆਪਾਂ ਜਵਾਬ ਲੈ ਲਈਏ ਸਰ, ਜਵਾਬ ਲੈ ਲਈਏ। ਸੂਦ ਸਾਹਿਬ ਬੈਠੇ ਨੇ ਬੀਜੇਪੀ ਵਾਲੇ ਜਵਾਬ ਦੇਣਗੇ। ਸੂਦ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਸੂਦ ਸਾਹਿਬ ਸਾਡੇ ਤੱਕ। ਆ ਰਹੀ ਆਵਾਜ਼ ਜੀ, ਹੁਣ ਆ ਰਹੀ ਆਵਾਜ਼? ਚਲੋ ਲੱਗ ਰਿਹਾ ਸੂਦ, ਹਾਂਜੀ ਹੁਣ ਆਵਾਜ਼ ਆ ਰਹੀ ਹੈ। ਮੈਨੂੰ ਤੁਸੀਂ ਮਿਊਟ ਕਰ ਦਿੱਤਾ ਸੀ, ਤੁਸੀਂ ਗੱਲ ਕੰਪਲੀਟ ਕਰੋ। ਹਾਂਜੀ ਹੁਣ ਆਵਾਜ਼ ਆ ਰਹੀ। ਮੈਂ ਕਿਹਾ ਜੀ ਮੈਂ ਐਵੇਂ ਹਵਾ 'ਚ ਨਹੀਂ ਗੱਲਾਂ ਕਰਦਾ, ਮੈਂ ਖੁਦ ਵੀ ਲੰਘਿਆ ਥੋੜੇ ਦਿਨ ਪਹਿਲਾਂ, ਮੈਂ ਆਲਟਰਨੇਟਿਵ ਰਸਤਿਆਂ 'ਚ ਵੀ ਲੰਘਿਆ। ਮਾਰ ਪਤਾ ਨਹੀਂ 3-3 ਘੰਟੇ 2-2 ਘੰਟੇ ਵੱਧ ਲੱਗਦੇ, ਬੱਖੀਆਂ ਟੁੱਟ ਜਾਂਦੀਆਂ ਸੜਕਾਂ ਜਿੱਦਾਂ ਦੀਆਂ ਹੈਗੀਆਂ ਆਲਟਰਨੇਟਿਵ ਵੀ, ਤੇ ਜੇ ਵਿੱਚੋਂ ਦੀ ਲੰਘੋ ਤਾਂ ਉਦਾਂ ਹੀ 4 ਘੰਟੇ ਫਾਲਤੂ ਲੱਗ ਜਾਂਦੇ। ਪੁਲਿਸ ਨੂੰ ਕੀ ਲੋੜ ਆ ਜੀ ਕੰਧਾਂ ਬਣਾਉਣ ਦੀ ਜਾਂ ਬੈਰੀਕੇਡ ਰੱਖਣੇ ਦੀ, ਜੇ ਉੱਥੇ ਕਈ ਕਿਲੋਮੀਟਰ ਲਗਾਤਾਰ ਰੋਡ ਦੇ ਉੱਪਰ ਕਬਜ਼ੇ ਹੋਏ ਪਏ ਆ, ਤੇ ਜੇ ਉਹ ਕਬਜ਼ੇ ਨਹੀਂ ਹੁੰਦੇ ਤਾਂ ਨਾ ਕੰਧ ਬਣਦੀ ਤੇ ਨਾ ਬੈਰੀਕੇਡ ਲੱਗਦਾ। ਚੱਲਦਾ ਹੀ ਸੀ ਅੱਗੇ, ਸਭ ਕੁਝ ਚੱਲਦਾ ਸੀ। ਟੋਲਾਂ ਦੇ ਵਿੱਚ ਵੀ ਹੁਣ ਟੋਲ ਥੋੜੋ ਕਲੈਕਟ ਹੋ ਰਹੇ ਆ। ਕਬਜ਼ੇ ਤਾਂ ਇੱਕ ਅਲੱਗ ਗੱਲ ਹੋ ਗਈ ਨਾ ਸਰ। ਨਹੀਂ ਸੂਦ ਸਾਹਿਬ, ਤੁਸੀਂ ਦਿੱਲੀ ਗਏ ਹੋ, ਤੁਸੀਂ ਸਿੰਘੂ ਬਾਰਡਰ ਵਾਲੇ ਰਸਤੇ ਤੋਂ ਗਏ ਜਾਂ ਫਿਰ ਤੁਸੀਂ ਉਹ ਦੂਜਾ ਗਾਜ਼ੀਪੁਰ ਵਾਲਾ ਜਿਹੜਾ ਹੈਗਾ ਗਾਜ਼ੀਆਬਾਦ? ਮੈਂ ਸੁਣੋ, ਮੈਂ ਤਿੰਨਾਂ ਰਸਤਿਆਂ 'ਚ ਜਾ ਰਿਹਾ। ਸਿੰਘੂ ਬਾਰਡਰ ਦੇ ਸੱਜਿਓਂ ਦੀ ਜਿਹੜਾ ਜਾਂਦਾ ਉਹਦੇ 'ਚੋਂ ਵੀ ਜਾਇਆ, ਜਿਹੜਾ ਖੱਬਿਓਂ ਦੀ ਜਾਂਦਾ ਹਾਥਰਸ ਵੱਲ ਦੇ ਉਹਦੇ 'ਚੋਂ ਵੀ ਮੈਂ ਜਾਇਆ। ਮੈਂ ਸਾਰੇ ਰਸਤਿਆਂ 'ਚੋਂ ਜਾਇਆ, ਮੈਂ ਸਭ ਕੁਝ ਦੇਖਿਆ। ਕੰਧ ਬਣਾਉਣ ਦੀ ਲੋੜ ਕੋਈ ਨਹੀਂ ਪੈਂਦੀ ਪੁਲਿਸ ਨੂੰ, ਬੈਰੀਕੇਡ ਲਾਉਣ ਦੀ ਲੋੜ ਕੋਈ ਨਹੀਂ ਪੈਂਦੀ। ਜੇ ਇਹ ਐਕਸਪੈਂਡ ਜਿਸ ਢੰਗ ਨਾਲ ਐਕਸਪੈਂਡ ਹੋ ਰਿਹਾ ਸਾਰਾ, ਉੱਥੇ ਪੱਕੇ ਕਬਜ਼ੇ ਬਣੇ ਪਏ ਹੈਗੇ ਆ। ਏਦਾਂ ਪੱਕੇ ਕਬਜ਼ੇ ਸੜਕਾਂ ਤੇ ਥੋੜਾ ਹੁੰਦੇ ਹੈਗੇ। ਸਰ ਪੱਕੇ ਕਬਜ਼ੇ ਡੈਮੋਨਸਟ੍ਰੇਸ਼ਨ ਕੀਤਾ। ਇੱਕ ਸੈਕਿੰਡ ਸਰ, ਆਪਾਂ ਦੋਵੇਂ ਮਿਕਸ ਨਾ ਕਰੀਏ। ਸੂਦ ਸਾਹਿਬ ਤੁਸੀਂ ਬਹੁਤ ਸੀਨੀਅਰ ਹੋ। ਪੱਕੇ ਕਬਜ਼ੇ ਤੁਸੀਂ ਇਲਜ਼ਾਮ ਲਗਾ ਰਹੇ ਹੋ, ਉੱਥੇ ਟਰਾਲੀਆਂ ਜਾਂ ਫਿਰ ਜੋ ਵੀ ਉੱਥੇ ਟੈਂਟ ਗੱਡ ਦਿੱਤੇ ਗਏ, ਪਰ ਬਾਰਡਰ ਤੇ ਟਰਾਲੀਆਂ ਵਾਲੇ ਵੀ ਆ, ਇੱਟਾਂ ਵਾਲੇ ਵੀ ਆ, ਬੈਰੀਕੇਡਿੰਗ ਅਲੱਗ ਚੀਜ਼ ਹੈ ਸਰ। ਟਰਾਲੀਆਂ ਵਾਲੇ ਵੀ, ਇੱਟਾਂ ਵਾਲੇ ਵੀ, ਟੈਂਟਾਂ ਵਾਲੇ ਵੀ, ਸਾਰੇ ਹੈਗੇ ਆ। ਤੁਸੀਂ ਬੈਰੀਕੇਡ ਠੀਕ ਹੈ, ਹੈਗੇ ਉਹ ਤਾਂ ਕਹਿ ਰਹੇ ਨੇ, ਸਾਰਿਆਂ ਨੂੰ ਪਤਾ ਉੱਥੇ ਹੈਗੇ ਨੇ, ਉਹ ਤਾਂ ਆਪਾਂ ਤਸਵੀਰਾਂ ਦੇਖੀਆਂ ਨੇ, ਉੱਥੇ ਪੱਕੀ ਸਟੇਜ ਲੱਗੀ ਹੋਈ ਹੈ, ਪੂਰਾ ਸਭ ਕੁਝ ਪਤਾ ਹੈ। ਨਹੀਂ ਪਰ ਗੱਲ ਇਹ ਹੈ ਕਿ ਬੈਰੀਕੇਡ ਵਾਲੀ ਗੱਲ ਅਲੱਗ ਹੈ, ਬੈਰੀਕੇਡ ਅਲੱਗ ਹੈ। ਗੌਰਵ ਜੀ ਮੇਰੀ ਗੱਲ ਸੁਣੋ, ਮਾਮਲਾ ਸੁਪਰੀਮ ਕੋਰਟ 'ਚ ਆ ਨਾ। ਟਕੈਤ ਸਾਹਿਬ ਉੱਥੇ ਜਾ ਕੇ ਕਹਿ ਦੇਣ ਅਸੀਂ ਨੇ ਰਸਤਾ ਰੋਕਿਆ, ਪੁਲਿਸ ਨੇ ਰੋਕਿਆ, ਸੁਪਰੀਮ ਕੋਰਟ ਨੇ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ। ਮਨਜੀਤ ਸਿੰਘ ਰਾਏ ਜੀ ਕਹਿ ਦੇਣ ਉੱਥੇ, ਪਰ ਸੁਪਰੀਮ ਕੋਰਟ ਤੇ ਜਾ ਕੇ ਬਿਆਨ ਦੇ ਆ ਬੈਰੀਕੇਡ ਰੱਖਿਆ ਜੀ। ਧਾਰਨੀ ਸਾਹਿਬ ਥੋੜਾ ਜਿਹਾ ਵੇਟ ਕਰੋ, ਮੈਂ ਜੀ ਆਪੇ ਪਤਾ ਲੱਗ ਜਾਊਗਾ। ਠੀਕ ਹੈ, ਤੁਹਾਡਾ ਆਇਆ ਸਰ ਰਿਐਕਸ਼ਨ। ਠੀਕ ਹੈ, ਤੁਹਾਡਾ ਇੱਕ ਰਿਐਕਸ਼ਨ ਆਇਆ ਸਰ ਕਿ ਸੁਪਰੀਮ ਕੋਰਟ ਚਲੇ ਜਾਣਾ, ਉੱਥੇ ਜਾ ਕੇ ਦੱਸੋ। ਮਨਜੀਤ ਰਾਏ ਜੀ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਆ ਰਹੀ ਹੈ ਜੀ। ਹੁਣ ਸਵਾਲ ਕਰਿਓ ਜੀ ਮੈਨੂੰ। ਬਿਲਕੁਲ, ਸਵਾਲ ਬਹੁਤ ਸਿੱਧਾ ਹੈ। ਉਹ ਕਹਿ ਰਹੇ ਕਿ ਜੇ ਤੁਸੀਂ ਨਹੀਂ ਰੋਕੀਆਂ ਸੜਕਾਂ, ਪੁਲਿਸ ਨੇ ਰੋਕੀਆਂ, ਤਾਂ ਜਾਓ ਸੁਪਰੀਮ ਕੋਰਟ, ਦੱਸੋ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਿ ਅਸਲ ਤਸਵੀਰ ਹੈ ਕੀ, ਜੋ ਤੁਹਾਡਾ ਪੱਖ ਹੈ ਜਾ ਕੇ ਰੱਖੋ। ਇਹੀ ਤਾਂ ਚਾਹੁੰਦੇ ਨੇ ਜੀ ਸਾਰੇ ਬੀਜੇਪੀ ਵਾਲੇ, ਇਹੀ ਤਾਂ ਚਾਹੁੰਦੇ ਨੇ ਕਿ ਅਸੀਂ ਸੁਪਰੀਮ ਕੋਰਟ ਜਾਈਏ, ਇਹਨਾਂ ਨੂੰ ਸੁਪਰੀਮ ਕੋਰਟ 'ਚ ਲਿਜਾਈਏ, ਕਿਉਂਕਿ ਕਿਤੇ ਨਾ ਕਿਤੇ ਮਾਨਯੋਗ ਸਰਵਉੱਚ ਅਦਾਲਤ ਹੈ ਸਾਡੇ ਭਾਰਤ ਦੀ, ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਕਿ ਉਹ ਜਿਹੜੀ ਗਵਰਨਮੈਂਟ ਹੈ ਉਹਦੇ ਦਬਾਅ ਹੇਠ ਕੰਮ ਚੱਲ ਰਿਹਾ ਹੈ ਸਾਰਾ। ਇਸ ਕਰਕੇ ਅਸੀਂ ਸੁਪਰੀਮ ਕੋਰਟ ਕਿਉਂ ਜਾਈਏ ਜੀ? ਅਸੀਂ ਤਾਂ ਸੜਕਾਂ ਰੋਕੀਆਂ ਨਹੀਂ, ਸਾਨੂੰ ਕੀ ਲੋੜ ਹੈ ਸੁਪਰੀਮ ਕੋਰਟ ਜਾਣ ਦੀ? ਸੁਪਰੀਮ ਕੋਰਟ ਅਸੀਂ ਤਾਂ ਤਦ ਜਾਈਏ, ਕਹਿਣ ਹਰਿਆਣਾ ਗਵਰਨਮੈਂਟ ਨੂੰ ਸੜਕ ਲਾਓ, ਤੇ ਕਹਿਣ ਦਿੱਲੀ ਗਵਰਨਮੈਂਟ ਨੂੰ ਸੜਕ ਲਾਓ। ਸੁਪਰੀਮ ਕੋਰਟ ਆਰਡਰ ਕਰੇ ਤੇ ਦੀਵਾਰਾਂ ਤੋੜੋ। ਜਿਹੜੀ ਦੀਵਾਰ ਬਣੀ ਹੋਈ ਹੈ ਉਹ ਦੀਵਾਰ ਕਿਹਨੇ ਤੋੜਨੀ ਜੀ? ਸਾਨੂੰ ਤੇ ਤੋੜ ਨਹੀਂ ਦਿੰਦੇ, ਨਹੀਂ ਫੋਰਸ ਪਾਈ ਹੋਈ ਹੈ, ਸਾਨੂੰ ਤਾਂ ਤੁਸੀਂ ਅੱਗੇ ਜਾਣਾ ਨਹੀਂ। ਫਿਰ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਅਸੀਂ ਸੁਪਰੀਮ ਕੋਰਟ ਨਹੀਂ ਜਾਣਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਰਿਐਕਸ਼ਨ ਲਵਾਂ ਪਹਿਲਾਂ ਸਾਡੇ ਨਾਲ। ਨਹੀਂ ਠੀਕ ਹੈ, ਸੂਦ ਸਾਹਿਬ ਕਹਿ ਲਓ ਕੁਝ, ਤੁਸੀਂ 10 ਸੈਕਿੰਡ 'ਚ ਆਪਣੀ ਗੱਲ ਰੱਖੋ। ਮੈਨੂੰ ਬਹੁਤ ਸੀਰੀਅਸ ਆਬਜੈਕਸ਼ਨ ਆ ਕਿ ਮੈਂ ਐਸੀ ਡਿਬੇਟ 'ਚ ਬੈਠਾ ਜਿੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਉਂਗਲੀ ਚੁੱਕੀ ਜਾ ਰਹੀ ਆ। ਮੈਂ ਉਹਦਾ ਪਾਰਟ ਨਹੀਂ ਬਣਨਾ ਚਾਹੁੰਦਾ। ਨਾ ਇਹਨਾਂ ਨੂੰ ਸੰਵਿਧਾਨ ਤੇ ਯਕੀਨ ਆ, ਨਾ ਇਹਨਾਂ ਨੂੰ ਪਾਰਲੀਮੈਂਟ ਤੇ ਯਕੀਨ ਆ, ਨਾ ਇਹਨਾਂ ਨੂੰ ਸੁਪਰੀਮ ਕੋਰਟ ਤੇ ਯਕੀਨ ਆ। ਤੇ ਇਹਨਾਂ ਨੂੰ ਯਕੀਨ ਕਿਹਦੇ ਤੇ ਆ? ਇਹਨਾਂ ਦਾ ਕਿਹੜਾ ਕਾਨੂੰਨ ਆ, ਕਿਹੜਾ ਇਹ ਕਾਨੂੰਨ ਚਲਾਉਣਾ ਚਾਹੁੰਦੇ ਆ? ਇਹ ਤਾਂ ਦੱਸ ਦੇਣ ਭਾਰਤ ਦੀ ਜਨਤਾ ਨੂੰ। ਮਨਜੀਤ ਜੀ ਜਵਾਬ ਦੇਣਾ ਚਾਹੋਗੇ? ਮਨਜੀਤ ਜੀ ਜਵਾਬ ਦੇਣਾ, ਬੜੇ ਆਹਤ ਲੱਗ ਰਹੇ ਆ ਤੀਕਸ਼ਣ ਸੂਦ ਜੀ, ਤੇ ਕਹਿ ਰਹੇ ਕਿ ਤੁਹਾਨੂੰ ਸੁਪਰੀਮ ਕੋਰਟ 'ਚ ਵਿਸ਼ਵਾਸ ਨਹੀਂ, ਤੁਸੀਂ ਉਹਨਾਂ ਤੇ ਹੀ ਸਵਾਲ ਚੁੱਕੀ ਜਾ ਰਹੇ। ਮੈਨੂੰ ਉਹਨਾਂ ਦਾ ਪੂਰਾ ਜਵਾਬ ਮੈਨੂੰ ਦੱਸ ਦਿਓ, ਸਵਾਲ ਕੀ ਜੀ? ਮੈਨੂੰ ਉਹਨਾਂ ਦੀ ਆਵਾਜ਼ ਨਹੀਂ ਆਈ। ਨਹੀਂ ਉਹ ਤਾਂ ਕਹਿ ਰਹੇ ਹੈ ਕਿ ਮੈਂ ਤਾਂ ਇਸ ਡਿਬੇਟ 'ਚ ਨਹੀਂ ਆਉਣਾ ਚਾਹੁੰਦਾ, ਕਿਉਂਕਿ ਇੱਥੇ ਉਹ ਲੋਕ ਨੇ ਜਿਨ੍ਹਾਂ ਨੂੰ ਕਾਨੂੰਨ ਤੇ ਵਿਸ਼ਵਾਸ ਨਹੀਂ, ਸੰਵਿਧਾਨ ਤੇ ਵਿਸ਼ਵਾਸ ਨਹੀਂ, ਜਾਂ ਫਿਰ ਸੁਪਰੀਮ ਕੋਰਟ ਦੇ ਉੱਤੇ ਵਿਸ਼ਵਾਸ ਨਹੀਂ। ਨਾ ਆਉਣ ਜੀ, ਇਹਨਾਂ ਦੇ ਆਉਣ ਦੇ ਤਾਂ ਨਾ ਆਉਣ ਦੇ ਨਾਲ ਕੀ ਫਰਕ ਪੈਂਦਾ ਜੀ? ਕਾਰਨ ਤਾਂ ਇਹ ਹੈ ਤੁਹਾਡੇ ਨਾਲ ਕੀ ਫਰਕ ਪੈਂਦਾ? ਤੁਸੀਂ ਵੀ ਘਰ ਰਹਿ ਜਾਓ। ਨਹੀਂ ਨਰਿੰਦਰ ਤੋਮਰ ਜੀ ਨੇ ਜੇ ਕੋਈ ਤਾਂ ਤੁਹਾਡੀ ਕੌਣ ਸੁਣਦਾ? ਉਹ ਮੀਟਿੰਗ 'ਚੋਂ 8 ਵਾਰ ਉੱਠ ਕੇ ਜਾਂਦੇ ਨੇ, ਤੁਹਾਡੀ ਕੌਣ ਸੁਣਦਾ? ਪੁੱਛਦੇ ਨੇ
ਤੁਹਾਡੀ ਕੌਣ ਸੁਣਦਾ ਹੈ? ਯਾਰ ਇਹਨਾਂ ਨੂੰ ਕੌਣ ਪੁੱਛਦਾ ਹੈ? ਤੁਹਾਡੀ ਕੌਣ ਸੁਣਦਾ ਹੈ? ਨਾ ਬੈਠਣ ਨਹੀਂ, ਤੁਹਾਡੀ ਕੌਣ ਸੁਣਦਾ ਹੈ? ਜੇ ਨਹੀਂ ਬਹਿਣਾ ਚਾਹੁੰਦੇ ਨਾ ਬਹਿਣ, ਪਰ ਇੱਕ ਤੁਹਾਡੀ ਕੌਣ ਸੁਣਦਾ? ਕਲੀਅਰ ਕੱਟ ਵੀ ਇਹ ਗੱਲ ਵੀਰ ਜੀ ਸਪਸ਼ਟ ਹੈ ਕਿ ਅੱਜ ਜਿਹੜੇ ਹਾਲਾਤ ਨੇ ਉਹ ਇਹ ਹਾਲਾਤ ਹੋ ਗਏ ਕਿ ਪੂਰੇ ਦੇਸ਼ ਦਾ ਤੰਤਰ, ਪੂਰੀ ਨਿਆਂਪਾਲਿਕਾ, ਲੋਕਤੰਤਰ ਜਿਹੜਾ ਸੀਗਾ ਉਹਨੂੰ ਖਤਮ ਕਰਨਾ। ਅੱਜ ਤਾਂ ਅਡਾਨੀ ਤੰਤਰ ਚੱਲ ਰਿਹਾ, ਮੋਦੀ ਤੰਤਰ ਚੱਲ ਰਿਹਾ ਦੇਸ਼ ਦੇ ਵਿੱਚ, ਔਰ ਦੇਸ਼ ਨੂੰ ਇਹਨਾਂ ਨੇ ਪੂਰੇ ਦੇ ਪੂਰੇ ਨੂੰ ਗੁਲਾਮ ਕਰਤਾ, ਆਪਣੇ ਪੱਖੋਂ ਗੁਲਾਮ ਕਰਨ ਜਾ ਰਹੇ। ਇਹ ਬੀਜੇਪੀ ਦੀ ਮਨਸ਼ਾ ਹੈ, ਇਹ ਸਾਜ਼ਿਸ਼ ਹੈ ਬੀਜੇਪੀ ਦੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਵਾ, ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਆਪਾਂ ਸ਼ਾਮਲ ਗੌਰਵ ਕਰਦੇ ਜੀ, ਸਾਰੇ ਮਹਿਮਾਨਾਂ ਨੂੰ ਸ਼ਾਮਲ ਕਰਦੇ। ਗੌਰਵ ਜੀ ਮੇਰੀ ਫੇਰ ਸੀਰੀਅਸ ਆਬਜੈਕਸ਼ਨ ਆ। ਜਿਹੜੇ ਡਿਬੇਟ ਦੇ ਵਿੱਚ ਸੁਪਰੀਮ ਕੋਰਟ ਨੂੰ ਵੀ ਚੈਲੰਜ ਕੀਤਾ ਜਾ ਰਿਹਾ, ਉਹਦੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ। ਮੈਂ ਉਸ ਡਿਬੇਟ ਦਾ ਪਾਰਟ ਨਹੀਂ ਬਣਨਾ। ਕੱਲ ਨੂੰ ਇਹ ਕਹਿੰਦੇ ਨਾ ਸਰ ਆਪਣੀ ਗੱਲ ਰੱਖੋ ਨਾ ਸਰ, ਤੁਸੀਂ ਲੋਕਤੰਤਰ ਹੈ ਸਰ, ਲੋਕਤੰਤਰ ਹੈ। ਨਹੀਂ ਦੇਖੋ ਲੋਕਤੰਤਰ ਹੈ ਨਾ, ਲੋਕਤੰਤਰ ਚ ਕਿਸੇ ਦੇ ਉੱਪਰ ਕਿੰਤੂ ਪਰੰਤੂ ਤਾਂ ਨਹੀਂ ਹੈ ਕਿ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ, ਨਹੀਂ ਬੋਲ ਸਕਦਾ। ਕਿਸੇ ਨੂੰ ਪ੍ਰੋਬਲਮ ਹੈ ਤਾਂ ਗੱਲ ਰੱਖ ਰਿਹਾ। ਲੋਕਤੰਤਰ ਇਹ ਨਹੀਂ ਆ, ਲੋਕਤੰਤਰ ਇਹ ਨਹੀਂ ਆ ਬਈ ਬਿਨਾਂ ਕਿਸੇ ਸਬੂਤ ਤੋਂ ਕੋਰਟ ਤੱਕ ਦੇ ਇਲਜ਼ਾਮ ਲਾ ਦਿਓ ਤੁਸੀਂ। ਇਹ ਕਿਹੜਾ ਲੋਕਤੰਤਰ ਆ? ਕੱਲ ਹੀ ਬਣੇ ਆ ਸਾਰੇ ਇੰਸਟੀਚਿਊਟ। ਤੁਸੀਂ ਕਿਹਦੇ ਤੋਂ ਇਨਸਾਫ ਮੰਗਦੇ ਆ? ਤੁਸੀਂ ਸਰਕਾਰ ਨੂੰ ਨਹੀਂ ਮੰਨਦੇ, ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਤੁਸੀਂ ਸੁਪਰੀਮ ਕੋਰਟ ਨੂੰ ਮੰਨਦੇ, ਤੁਸੀਂ ਮੰਗਦੇ ਕਿਹਦੇ ਕੋਲੋਂ ਆ? ਇਹ ਦੱਸੋ। ਜੋ ਕੁਝ ਤੁਸੀਂ ਮੰਗਦੇ ਆ ਉਹ ਕੋਈ ਕਨਸਟੀਟਿਊਸ਼ਨਲ ਅਥਾਰਟੀ ਹੋਊਗੀ ਜਿਹਦੇ ਕੋਲੋਂ ਮੰਗਦੇ ਆ। ਸਾਰੇ ਨੂੰ ਐਡ ਕਰੀਏ। ਮੈਂ ਇੱਕ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਮੰਗਦੇ ਕਿਹਦੇ ਕੋਲੋਂ? ਇਹ ਦੱਸ ਦਿਓ। ਗੱਲ ਰੱਖਿਓ ਤੁਸੀਂ ਆਪਣੀ ਗੱਲ। ਠੀਕ ਹੈ, ਆਪਾਂ ਜਵਾਬ ਲਵਾਂਗੇ। ਉਮੀਦ ਹੈ ਤੁਹਾਡਾ ਸਵਾਲ ਉੱਥੇ ਪਹੁੰਚ ਗਿਆ ਹੋਏਗਾ ਮਨਜੀਤ ਰਾਏ ਜੀ ਕੋਲ। ਪਰ ਉਸ ਤੋਂ ਪਹਿਲਾਂ ਇੱਕ ਟਿੱਪਣੀ ਮੈਂ ਲਵਾਂਗਾ। ਪ੍ਰਿੰਸ ਖੁੱਲਰ ਜੀ ਤੇ ਅਮਰਦੀਪ ਸਿੰਘ ਧਾਰਨੀ ਜੀ ਸਾਡੇ ਨਾਲ ਜੁੜੇ ਹੋਏ ਨੇ ਕਾਂਗਰਸ ਅਤੇ ਅਕਾਲੀ ਦਲ ਤੋਂ। ਖੁੱਲਰ ਸਾਹਿਬ, ਫਸਟ ਤੁਸੀਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ, ਤੁਹਾਨੂੰ ਲੱਗਦਾ ਕਿ ਕੋਈ ਰਾਹ ਨਿਕਲੇਗਾ? ਗੱਲ ਇਹ ਹੈ ਗੌਰਵ ਜੀ, ਪਹਿਲੀ ਤਾਂ ਗੱਲ ਇਹ ਹੈ ਕਿ ਸੂਦ ਸਾਹਿਬ ਬੜੀ ਗੱਲ ਕਾਨੂੰਨ ਦੀ ਕਰ ਗਏ ਕਿ ਪੁਲਿਸ ਨੇ ਲਾ ਐਂਡ ਆਰਡਰ ਵੇਖਣਾ ਵਾ, ਪੈਰਾਮਿਲਟਰੀ ਨੇ ਦੇਖਣਾ। ਤੇ ਸੂਦ ਸਾਹਿਬ ਆਪਾਂ ਇਹ ਵੀ ਦੇਖੀਏ ਨਾ ਕਿ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ, ਜਿਨ੍ਹਾਂ ਨੂੰ ਕੋਈ ਮੁਸ਼ਕਲਾਂ ਆਈਆਂ, ਤੇ ਸਰਕਾਰ ਕਿਉਂ ਸੁੱਤੀ ਪਈ ਹੈ? ਸਰਕਾਰ ਦਾ ਧਿਆਨ ਕਿੱਥੇ ਹੈ ਮਸਲੇ ਸੁਲਝਾਉਣ ਲਈ? ਔਰ ਦੂਜੀ ਗੱਲ ਗੌਰਵ ਜੀ, ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਰਸਤੇ ਰੋਕੇ ਨੇ, ਉਹ ਬਿਲਕੁਲ ਅੱਜ ਜੇ ਲੋਕ ਖਰਾਬ ਹੋ ਰਹੇ, ਬੀਜੇਪੀ ਦੀ ਸੈਂਟਰ ਗਵਰਨਮੈਂਟ ਦੀ ਜਿੱਦ ਦੀ ਵਜ੍ਹਾ ਨਾਲ ਖਰਾਬ ਹੋ ਰਿਹਾ। ਕਿਸਾਨਾਂ ਨੇ ਰਸਤੇ ਨਹੀਂ ਰੋਕੇ, ਇਹਨਾਂ ਆਪ ਰਸਤੇ ਰੋਕੇ ਨੇ। ਇਹ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ, ਡਿਵਰਟ ਕਰ ਰਹੇ ਮੁੱਦੇ ਨੂੰ, ਸੁਪਰੀਮ ਕੋਰਟ 'ਚ ਪਟੀਸ਼ਨ ਪਵਾ ਰਹੇ ਆ। ਇਹ ਡਿਵਰਟ ਕਰਦੇ ਆ ਤਾਂ ਕਿ ਕਿਸਾਨ ਉੱਥੇ ਜਾਣ, ਕੋਰਟਾਂ ਚ ਉਲਝ ਜਾਣ। ਜਿਹੜੇ ਕੰਮ ਪੋਲੀਟੀਕਲ ਫੈਸਲਿਆਂ ਦੇ ਆ, ਕਿਉਂ ਨਹੀਂ ਮੋਦੀ ਸਾਹਿਬ ਮੀਟਿੰਗ ਤੋਮਰ ਜੀ ਨੇ ਸੱਦੀ? ਕਿਉਂ ਮੋਦੀ ਸਾਹਿਬ ਨੇ ਇੱਕ ਵੀ ਟਵੀਟ ਨਹੀਂ ਕੀਤਾ? ਕਿਉਂ 22 ਜਨਵਰੀ ਤੋਂ ਬਾਅਦ ਗੱਲ ਨਹੀਂ ਹੋ ਰਹੀ? ਜੋ ਪਿੱਛੇ ਸਿੰਘੂ ਤੇ ਜੋ ਹਰਕਤ ਹੋਈ ਆ, ਅੱਜ ਵੀ ਦੇਖੋ ਉੱਥੇ ਇੱਕ ਨਿਹੰਗ ਸਿੰਘ ਫੜਿਆ ਗਿਆ, ਕਹਿੰਦਾ ਕਿ ਜਿਹੜੇ ਉਹਦੇ ਕਿਸੇ ਬੰਦੇ ਦੀ ਲੱਤ ਵੱਢਤੀ। ਤੁਹਾਡੇ ਨਿਊਜ਼ ਤੇ ਮੈਂ ਸੁਣ ਰਿਹਾ ਸੀਗਾ। ਇਹ ਹਾਲਾਤ ਕਿੱਧਰ ਨੂੰ ਇਹ ਲੈ ਕੇ ਜਾ ਰਹੇ ਨੇ? ਸੋ ਇਹ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਨੇ। ਅੱਜ ਸੂਦ ਸਾਹਿਬ ਨੂੰ ਬੜੀ ਚੁੱਭ ਰਹੀ ਹੈ ਗੱਲ ਕਿ ਜੇ ਮਨਜੀਤ ਰਾਏ ਜੀ ਨੇ ਕਿਹਾ ਕਿ ਸਾਨੂੰ ਮਾਨਯੋਗ ਨਿਆਂਇਆਂ ਤੇ ਵਿਸ਼ਵਾਸ ਨਹੀਂ ਜਾਂ ਸੰਵਿਧਾਨਿਕ ਏਜੰਸੀਆਂ ਤੇ ਵਿਸ਼ਵਾਸ ਨਹੀਂ, ਉਹ ਜਿਹੜਾ ਅਵਿਸ਼ਵਾਸ ਪੈਦਾ ਕਰਨ ਵਾਲੇ ਕੌਣ ਹੈ? ਉਹ ਅੱਜ ਬੀਜੇਪੀ ਹੈ। ਉਹ ਅੱਜ ਬੀਜੇਪੀ ਦੀ ਵਜ੍ਹਾ ਦੇ ਨਾਲ ਜੋ ਪਿੱਛੇ ਸਾਰੇ ਹੋਏ ਆ, ਉਹਦੇ ਕਰਕੇ ਲੋਕਾਂ 'ਚ ਅਵਿਸ਼ਵਾਸ ਦਾ ਮਾਹੌਲ ਇਹਨਾਂ ਪੈਦਾ ਕੀਤਾ ਵਾ ਗੌਰਵ ਜੀ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਆਇਆ, ਮੈਂ ਇਸ ਦੇ ਉੱਪਰ ਜਵਾਬ ਲਵਾਂਗਾ। ਸੂਦ ਸਾਹਿਬ, ਸਾਰੇ ਸਵਾਲ ਅੱਜ ਤੁਹਾਨੂੰ ਹੀ ਹੋਣੇ ਨੇ, ਬੀਜੇਪੀ ਤੋਂ ਸਵਾਲ ਹੋ ਰਹੇ ਨੇ। ਮੈਂ ਤੁਹਾਡੇ ਕੋਲ ਆਉਣਾ, ਪਰ ਉਸ ਤੋਂ ਪਹਿਲਾਂ ਧਾਰਨੀ ਸਾਹਿਬ ਤੁਹਾਡਾ ਇੱਕ ਰਿਐਕਸ਼ਨ ਬਤੌਰ ਵਕੀਲ। ਤੁਸੀਂ ਇਹ ਨਾ ਟਿੱਪਣੀਆਂ, ਮੈਂ ਸੂਦ ਸਾਹਿਬ ਆਉਣਾ ਤੁਹਾਡੇ ਕੋਲ, ਥੋੜਾ ਜਿਹਾ ਸਮਾਂ ਦਿਓ, ਆਪਾਂ ਸਾਰੇ ਮਹਿਮਾਨਾਂ ਨੂੰ ਨਾਲ ਰੱਖੀਏ, ਸਭ ਦੀ ਗੱਲ ਸੁਣੀ ਜਾਵੇ। ਧਾਰਨੀ ਸਾਹਿਬ, ਬਤੌਰ ਵਕੀਲ ਤੁਸੀਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸੁਪਰੀਮ ਕੋਰਟ ਇਹ ਕਹਿੰਦਾ ਕਿ ਤੁਸੀਂ ਪ੍ਰਦਰਸ਼ਨ ਕਰੋ, ਅਧਿਕਾਰ ਹੈ ਤੁਹਾਡਾ, ਪਰ ਅਣਮਿੱਥੇ ਸਮੇਂ ਲਈ ਤੁਸੀਂ ਸੜਕਾਂ ਜਾਮ ਕਰ ਦਿਓ, ਇਹ ਨਹੀਂ ਹੋ ਸਕਦਾ। ਗੌਰਵ ਜੀ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਬਿਲਕੁਲ ਇਸ ਗੱਲ ਨੂੰ ਬਿਲਕੁਲ ਕਲੀਅਰ ਕਰ ਦਿੰਦਾ। ਦੇਖੋ ਗੌਰਵ ਜੀ, ਮੈਂ ਸੁਪਰੀਮ ਕੋਰਟ ਦਾ ਬਹੁਤ ਆਦਰ ਸਤਿਕਾਰ ਕਰਦਾ, ਜੋ ਉਹਨਾਂ ਦਾ ਫੈਸਲਾ ਉਹ ਸਿਰ ਮੱਥੇ ਹੈ, ਕਿਉਂਕਿ ਉਸ ਤੋਂ ਉੱਪਰ ਤਾਂ ਹੁਣ ਕੁਛ ਹੈ ਹੀ ਨਹੀਂ। ਸੁਪਰੀਮ ਕੋਰਟ ਤੇ ਅੱਗੇ ਤੁਸੀਂ ਕਿੱਥੇ ਜਾਓਗੇ? ਜੇ ਕਿਸੇ ਹਾਈ ਕੋਰਟ ਦੇ ਵਿੱਚ ਹੁੰਦਾ ਤਾਂ ਤੁਸੀਂ ਉਹਦੀ ਅਪੀਲ 'ਚ ਚਲੇ ਜਾਂਦੇ ਜਾਂ ਕੋਈ ਵੀ ਚਾਰਾਜੋਈ ਕਰਦੇ। ਮੈਂ ਹੁਣ ਇੱਕ ਗੱਲ ਕਰਨੀ ਚਾਹੁੰਦਾ ਕਿ ਦੋ ਚੀਜ਼ਾਂ ਹੁੰਦੀਆਂ ਜੀ। ਇੱਕ ਹੁੰਦੇ ਆ ਡਿਸੀਜਨਸ, ਜਿਹੜਾ ਤੁਸੀਂ ਅੱਜ ਬਾਰ-ਬਾਰ ਕਹਿ ਰਹੇ ਕਿ ਫੈਸਲਾ ਆਇਆ, ਫੈਸਲਾ ਆਇਆ। ਦੂਜੀ ਗੱਲ ਹੁੰਦੀ ਹੈ ਜਸਟਿਸ। ਜਸਟਿਸ ਹੁੰਦੀ ਹੈ ਇੱਕ ਇਨਸਾਫ ਮਿਲਣਾ। ਹੁਣ ਆਪਾਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਨਾ ਆਪਾਂ ਡਿਸਕਸ ਕਰ ਲਈਏ ਅਲੱਗ-ਅਲੱਗ ਕਰਕੇ। ਜੇ ਤਾਂ ਆਪਾਂ ਡਿਸੀਜਨ ਦੀ ਗੱਲ ਕਰੀਏ ਤਾਂ ਡਿਸੀਜਨ ਤਾਂ ਇੱਕ ਰਿਟ ਫਾਈਲ ਹੋ ਗਈ, ਉਸ ਰਿਟ ਦੇ ਉੱਤੇ ਅੱਜ ਡਿਸੀਜਨ ਆ ਗਿਆ ਕਿ ਲੋਕਾਂ ਦੀ ਜੋ ਪ੍ਰੋਬਲਮ ਹੈਗੀ ਆ ਉਸ ਨੂੰ ਦੂਰ ਕਰਨਾ ਚਾਹੀਦਾ। ਇੱਕ ਸਰਵਿਸ ਲੇਨ ਹੈ ਜਿਹੜੀ ਉਹ ਖੋਲ ਦੇਣੀ ਚਾਹੀਦੀ ਆ ਤਾਂ ਕਿ ਲੋਕ ਵੀ ਜਿਹੜੇ ਹੈਗੇ ਸੌਖੇ ਰਹਿਣ। ਪਰ ਕਿਸਾਨ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਤਾਂ ਕਦੇ ਰਸਤੇ ਨੂੰ ਰੋਕਿਆ ਹੀ ਨਹੀਂ। ਸੋ ਜਦੋਂ ਇਸ ਤਰ੍ਹਾਂ ਦੀ ਗੱਲ ਕਿਸਾਨ ਇਹ ਕਹਿ ਦਿੰਦੇ ਆ ਤਾਂ ਰੋਕਿਆ ਹੀ ਨਹੀਂ, ਤਾਂ
ਨੈਚੁਰਲੀ ਹੈ ਕਿ ਉਹ ਰਿਟ ਜਿਹੜੀ ਹੈਗੀ ਆ ਇਨਫੈਕਸ਼ੀਅਸ ਹੋ ਜਾਂਦੀ ਹੈਗੀ ਆ। ਹੁਣ ਮੈਂ ਦੂਜੀ ਗੱਲ ਤੇ ਆਉਂਦਾ ਹੈਗਾ, ਜੇ ਆਨਰੇਬਲ ਸੁਪਰੀਮ ਕੋਰਟ ਨੇ ਡਿਸੀਜਨ ਦੀ ਥਾਂ ਤੇ ਜਸਟਿਸ ਕਰਨਾ ਹੁੰਦਾ ਤਾਂ ਉਹਨਾਂ ਨੂੰ ਉਸ ਦਿਨ ਤੋਂ ਲੈ ਕੇ ਜਿਸ ਦਿਨ ਇਹ ਸਾਰਾ ਵਰਤਾਰਾ ਸ਼ੁਰੂ ਹੋਇਆ ਸੀ, ਜਿਸ ਦਿਨ ਦੇਖੋ ਨੈਸ਼ਨਲ ਹਾਈਵੇ ਜਿਹੜੀ ਹੈਗੀ ਹੈ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਹੈਗੀ ਹੈ, ਕਿਸੇ ਸਟੇਟ ਦੀ ਪ੍ਰਾਪਰਟੀ ਨਹੀਂ। ਜੇ ਕੋਈ ਸਟੇਟ ਤੇ ਜਿਹੜੀ ਹੈਗੀ ਹੈ ਮਸ਼ੀਨਰੀ ਉਹਨੂੰ ਪੱਟਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਹੈ, ਤਾਂ ਉਹ ਵੀ ਉਨੀ ਹੀ ਜ਼ਿੰਮੇਵਾਰ ਹੈਗੀ ਹੈ। ਸੁਪਰੀਮ ਕੋਰਟ ਨੂੰ ਇਹ ਵੀ ਦੇਖਣਾ ਚਾਹੀਦਾ ਸੀ ਕਿ ਜਦੋਂ ਇੱਕ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਵੱਡੇ ਵੱਡੇ ਬੈਰੀਕੇਡ ਬਣਾਏ ਜਾਂਦੇ ਆ, ਉੱਥੇ ਜਿਹੜੇ ਹੈਗੇ ਟੋਏ ਪੱਟੇ ਜਾਂਦੇ ਹੈਗੇ ਆ, ਉੱਥੇ ਲੋਹੇ ਦੇ ਜਿਹੜੇ ਹੈਗੇ ਸਰੀਏ ਖੜੇ ਕਰੇ ਜਾਂਦੇ ਹੈਗੇ ਆ, ਤਾਂ ਮੈਨੂੰ ਲੱਗਦਾ ਕਿ ਜੇ ਜਸਟਿਸ ਕਰਨ ਦੀ ਗੱਲ ਹੁੰਦੀ ਤਾਂ ਉਹਨਾਂ ਨੂੰ ਇਸ ਤੇ ਜਿਹੜੀਆਂ ਹੈਗੀਆਂ ਸਰਕਾਰ ਨੂੰ ਵੀ ਝਾੜਾ ਮਾਰਨੀਆਂ ਚਾਹੀਦੀਆਂ ਸੀ। ਸਰਕਾਰ ਨੂੰ ਵੀ ਕਹਿਣਾ ਚਾਹੀਦਾ ਸੀ ਕਿ ਰਸਤਾ ਤਾਂ ਤੁਸੀਂ ਰੋਕ ਰਹੇ ਹੈਗੇ ਆ, ਰਸਤਾ ਸਾਰੇ ਵਰਲਡ ਨੇ ਦੇਖਿਆ ਹੈਗਾ, ਵਰਲਡ ਮੀਡੀਆ ਨੇ ਦਿਖਾਇਆ ਕਿ ਕਿਵੇਂ ਸਰੀਏ ਖੜੇ ਕਰੇ ਗਏ ਸੀ। ਸੋ ਅੱਜ ਕਿਸਾਨਾਂ ਨੂੰ ਝਾੜਾ ਮਰਵਾ ਕੇ ਸਾਰਾ ਮੀਡੀਆ ਕਹਿ ਰਿਹਾ ਕਿਸਾਨों को ਧਾਰਨੀ ਸਾਹਿਬ ਤੁਸੀਂ ਵੀ ਸੁਪਰੀਮ ਕੋਰਟ ਦੇ ਫੈਸਲੇ ਤੇ ਕੁਐਸਚਨ ਮਾਰਕ ਲਗਾ ਰਹੇ ਹੋ ਜਾਂ ਉਹਨਾਂ ਦੀ ਟਿੱਪਣੀਆਂ? ਮੈਂ ਫੈਸਲਾ ਨਾ ਕਹਾਂ, ਮੈਂ ਟਿੱਪਣੀਆਂ ਕਹਾਂ ਕਿ ਉਹਨਾਂ ਦੀ ਟਿੱਪਣੀਆਂ ਤੇ ਕੁਐਸਚਨ ਮਾਰਕ ਹੈ। ਦੇਖੋ ਮੈਂ ਤਾਂ ਇੱਕ ਹੋਰ ਗੱਲ ਕਰਦਾ ਹੈਗਾ, ਮੈਂ ਤਾਂ ਇੱਕ ਗੱਲ ਕਰਦਾ ਕਿ ਟਿੱਪਣੀਆਂ ਨਹੀਂ ਹੋਇਆ ਕਰਦੀਆਂ, ਹਮੇਸ਼ਾ ਜਸਟਿਸ ਹੋਇਆ ਕਰਦਾ ਹੈਗਾ, ਕਿਉਂਕਿ ਅਦਾਲਤਾਂ ਜਿਹੜੀਆਂ ਹੈਗੀਆਂ ਨਾ ਇਟਸ ਮੈਂਟ ਫॉर ਜਸਟਿਸ ਨਾਟ ਫॉर ਡਿਸੀਜਨਸ। ਡਿਸੀਜਨ ਕੀ ਹੁੰਦਾ ਹੈਗਾ, ਕਿਸੇ ਕੇਸ ਨੂੰ ਖਤਮ ਕਰਨਾ, ਕਿਵੇਂ ਵੀ ਖਤਮ ਕਰਨਾ। ਅੱਜ ਮੈਨੂੰ ਲੱਗਦਾ ਇਹ ਹੈਗਾ ਕਿ ਜਿੰਨਾ ਸੈਂਸਿਟਿਵ ਮੈਟਰ ਇਹ ਹੈਗਾ ਸੀ, ਉਸ ਇੰਨੇ ਸੈਂਸਿਟਿਵ ਮੈਟਰ ਤੇ ਬਹੁਤ ਡਿਟੇਲ ਦੇ ਵਿੱਚ ਸਾਰੇ ਜਿੰਨੇ ਪੱਖ ਸੀ ਸਾਰਿਆਂ ਤੇ ਡਿਸਕਸ਼ਨ ਕਰਨ ਕਰਕੇ ਜਿਹੜਾ ਹੈਗਾ ਆਪਾਂ ਜਵਾਬ ਲੈ ਲਈਏ। ਹੁਣ ਤੁਹਾਡੀ ਵੀ ਗੱਲ ਆ ਗਈ, ਪ੍ਰਿੰਸ ਖੁੱਲਰ ਜੀ ਦੀ ਵੀ ਗੱਲ ਆ ਗਈ, ਉਹਨਾਂ ਦਾ ਵੀ ਬਿਆਨ ਆ ਗਿਆ। ਸੂਦ ਸਾਹਿਬ ਹੁਣ ਤੁਸੀਂ ਦੱਸੋ, ਸੁਪਰੀਮ ਕੋਰਟ ਵਾਲੇ ਮੁੱਦੇ ਦੇ ਉੱਤੇ ਧਾਰਨੀ ਸਾਹਿਬ ਦੀ ਰਾਏ ਵੀ ਵੱਖਰੀ ਹੈ ਤੇ ਉਹ ਕਹਿ ਰਹੇ ਨੇ ਕਿ ਟਿੱਪਣੀਆਂ ਨਹੀਂ ਜਸਟਿਸ ਹੁੰਦਾ ਏ ਤੇ ਹੋਣਾ ਇਹ ਵੀ ਚਾਹੀਦਾ ਸੀ। ਉਹ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਸਰਕਾਰ ਨੂੰ ਵੀ ਪੁੱਛਣਾ ਚਾਹੀਦਾ ਸੀ ਕਿ ਤੁਹਾਡੀ ਵਜ੍ਹਾ ਨਾਲ ਹੋਈ ਹੈ ਬੰਦ ਸੜਕਾਂ। ਗੌਰਵ ਜੀ, ਜਿਹੜੇ ਕਾਨੂੰਨ ਬਣਦੇ ਆ ਨਾ ਉਹ ਲੋਕਾਂ ਦੇ ਨੁਮਾਇੰਦੇ ਬਣਾਉਂਦੇ ਆ, ਔਰ ਕਾਨੂੰਨ ਹਮੇਸ਼ਾ ਇਸ ਕਰਕੇ ਬਣਾਏ ਜਾਂਦੇ ਆ ਕਿ ਇਨਸਾਫ ਹੋਵੇ। ਮੈਂ ਆਪ ਵਕੀਲ ਆ, ਬੜਾ ਵਕਾਲਤ ਕੀਤੀ ਆ, ਇਹ ਨਹੀਂ ਗੱਲ ਪਈ ਮੈਂ ਇਧਰੋਂ ਉਧਰੋਂ ਮਾਰਦਾ ਗੱਲਾਂ ਜੀ। ਸੰਵਿਧਾਨ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ, ਸਾਰੇ ਕਾਨੂੰਨਾਂ ਨੂੰ। ਸੰਵਿਧਾਨ 'ਚ ਜਿਹੜੇ ਹੱਕ ਦਿੱਤੇ ਆ ਉਹਨਾਂ ਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ। ਕਾਨੂੰਨ ਜਿਹੜੇ ਹੈਗੇ ਆ ਉਹ ਜਦੋਂ ਵੀ ਬਣਾਉਂਦਾ ਕੋਈ ਪਾਰਲੀਮੈਂਟ ਅਸੈਂਬਲੀ, ਉਹ ਇਸ ਗੱਲ ਨੂੰ ਇਨਸ਼ੋਰ ਕਰਦਾ ਕਿ ਜਸਟਿਸ ਹੋਵੇ। ਅੱਗੇ ਅਦਾਲਤਾਂ ਦਾ ਕੰਮ ਆ ਗਿਆ, ਜੋ ਧਾਰਨੀ ਸਾਹਿਬ ਕਹਿੰਦੇ ਆ ਵੀ ਕਾਨੂੰਨ ਦਾ ਫੈਸਲਾ ਹੁੰਦਾ, ਇਨਸਾਫ ਦਾ ਨਹੀਂ। ਆਪਾਂ ਇਹ ਕਹਿ ਸਕਦੇ ਆ ਵੀ ਸੁਪਰੀਮ ਕੋਰਟ ਇਨਸਾਫ ਨਹੀਂ ਕਰਦੀ, ਇਕੱਲੇ ਕਾਨੂੰਨ ਦੇ ਫੈਸਲੇ ਕਰਦੀ ਆ। ਬਹੁਤ ਸਾਰੇ ਐਸੇ ਫੈਸਲੇ ਸੁਪਰੀਮ ਕੋਰਟ ਕਰਦੀ ਆ ਜਿੱਥੇ ਮਾਨਵਤਾਵਾਦੀ ਅਪਰੋਚ ਚਾਹੀਦੀ ਆ, ਜਿੱਥੇ ਇਨਸਾਫ ਕੁਝ ਕਾਨੂੰਨ ਤੋਂ ਅਲੱਗ ਬੋਲਦਾ ਆ। ਸੋ ਇਹ ਕਹਿ ਦੇਣਾ ਵੀ ਹੁਣ ਆਪਾਂ ਨਹੀਂ ਤਾਂ ਬੀਜੇਪੀ ਤੇ ਸਿੱਧਾ ਕਹਿ ਰਹੇ ਨੇ ਨਾ। ਖੁੱਲਰ ਸਾਹਿਬ ਨੇ ਕੀ ਕਿਹਾ? ਨਹੀਂ ਸੂਦ ਸਾਹਿਬ, ਖੁੱਲਰ ਸਾਹਿਬ ਤੁਹਾਡੇ ਉੱਤੇ ਕਹਿ ਰਹੇ ਨੇ ਕਿ ਤੁਸੀਂ ਇਹ ਚੀਜ਼ਾਂ ਕੀਤੀਆਂ ਹੋਈਆਂ, ਸਭ ਕੁਝ ਤੁਹਾਡੀ ਵਜ੍ਹਾ ਨਾਲ ਹੋ ਰਿਹਾ। ਮੈਂ ਹੁਣ ਖੁੱਲਰ ਸਾਹਿਬ ਦੀ ਗੱਲ ਕਰਦਾ। ਦੇਖੋ ਕਾਂਗਰਸ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ, ਚਲੋ ਕੁਛ ਹੱਦ ਤੱਕ ਅਕਾਲੀ ਦਲ, ਜਿਸਲੇ ਤਾਂ ਆਪਣੇ ਤਨ ਤੇ ਲੱਗਦੀ ਆ ਫਿਰ ਤਾਂ ਪ੍ਰੋਬਲਮ ਆਉਂਦੀ ਆ। ਜਿਸਲੇ ਬੀਜੇਪੀ ਦੀ ਹੁੰਦੀ ਆ, ਚਾਹੇ ਘੇਰਾਬੰਦੀ, ਚਾਹੇ ਬੀਜੇਪੀ ਤੇ ਨਾਕਾਬੰਦੀ, ਚਾਹੇ ਅਟੈਕ, ਉਸਲੇ ਇਹਨਾਂ ਨੂੰ ਲੱਗਦਾ ਕਿ ਇਹ ਠੀਕ ਆ। ਆਪਣੇ ਤੇ ਜਿੱਲੇ ਹੁੰਦਾ ਉਸਲੇ ਗਲਤ ਲੱਗਦਾ। ਹੁਣ ਮੈਂ ਦੁੱਖ ਨਾਲ ਕਹਿ ਰਿਹਾ, ਕਿਸਾਨ ਕਹਿੰਦੇ ਸਾਡਾ ਅੰਦੋਲਨ ਰਾਜਨੀਤਿਕ ਨਹੀਂ ਆ। ਸੋ ਰਾਜਨੀਤਿਕ ਪਾਰਟੀਆਂ ਜਿਹੜੀਆਂ ਆਪਣੀਆਂ ਪੰਜਾਬ ਦੀਆਂ, ਖਾਸ ਤੌਰ ਤੇ ਮੈਂ ਕਹਿਣਾ ਚਾਹੁੰਦਾ ਕਿ ਆਪਣਾ ਏਜੰਡਾ, ਆਪਣਾ ਆਧਾਰ ਉਹਨਾਂ ਦਾ ਕੁਝ ਬਚਿਆ ਹੀ ਨਹੀਂ, ਉਹਦੇ ਸਿਰ ਤੇ ਲੜੇ ਹੀ ਨਹੀਂ ਸਕਦੀਆਂ, ਉਹ ਆਪਣੇ ਇਸ਼ੂ ਲੈ ਕੇ ਜਾ ਹੀ ਨਹੀਂ ਸਕਦੀਆਂ। ਜਿਹੜਾ ਉਹਨਾਂ ਨੂੰ ਕਿਸਾਨ ਅੰਦੋਲਨ ਦੇ ਪਿੱਛੇ, ਕਿਸਾਨ ਆਗੂਆਂ ਦੇ ਪਿੱਛੇ ਤੁਰਨਾ ਪੈਂਦਾ ਹੈਗਾ। ਤੇ ਇਸ ਕਰਕੇ ਇਹ ਬੜੀ ਸਿਚੁਏਸ਼ਨ ਜਿਹੜੀ ਆ ਅਸਲੇ ਇਹ ਤਾਂ ਤੁਸੀਂ ਬਿਲਕੁਲ ਅਲੱਗ ਪੁਆਇੰਟ ਜਿਹੜੀਆਂ ਸਾਡੀਆਂ, ਮੈਂ ਠੀਕ ਹੈ, ਮੈਂ ਤੁਹਾਡੇ ਕੋਲ ਆਉਣਾ ਪਰ ਧਾਰਨੀ ਸਭ ਕੁਝ ਕਹਿਣਾ ਚਾਹ ਰਿਹਾ। ਮੈਂ ਮਨਜੀਤ ਜੀ ਤੁਹਾਡੇ ਕੋਲ ਆਉਣਾ। ਧਾਰਨੀ ਸਾਡੀਆਂ ਪੋਲੀਟੀਕਲ ਪਾਰਟੀਆਂ ਖੋਖਲੀਆਂ ਹੋ ਚੁੱਕੀਆਂ ਸਰ, ਕਰਕੇ ਸਰ ਲੋਕਾਂ ਨੂੰ ਸਮਝ ਆ ਰਹੀ। ਖੁੱਲਰ ਸਾਹਿਬ ਰੱਖੋ ਆਪਣੀ ਗੱਲ। ਅਸੀਂ ਉਹਨਾਂ ਦੇ
ਅਸੀਂ ਸੂਦ ਸਾਹਿਬ ਗੌਰਵ ਜੀ ਇਹ ਸੂਦ ਸਾਹਿਬ ਬਿਲਕੁਲ ਬੀਜੇਪੀ ਵਾਲੇ ਜਿੰਨੇ ਵੀ ਪ੍ਰਵਕਤਾ ਨੇ ਸੂਦ ਸਾਹਿਬ ਦੇ ਬੜੇ ਸੀਨੀਅਰ ਨੇ ਇਹ ਗੱਲਾਂ ਨੂੰ ਘਮਾਉਂਦੇ ਨੇ। ਕਦੀ ਵੀ ਕਾਂਗਰਸ ਪਾਰਟੀ ਨੇ ਕਿਸਾਨ ਆਗੂ ਬੈਠੇ ਅਸੀਂ ਕਦੀ ਵੋਟਾਂ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਜਿਹੜੇ ਕਿਸਾਨ ਦੀ ਨਸਲ ਫਸਲ ਦੀ ਲੜਾਈ ਹੈ ਉਹਦੇ ਹੱਕਾਂ ਦੀ ਲੜਾਈ 'ਚ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਦਿਨ ਤੋਂ ਖੜੇ ਆ। ਭੁੱਲਰ ਸਾਹਿਬ ਸਭ ਇਹੀ ਕਹਿੰਦੇ ਨੇ, ਸਭ ਇਹੀ ਨਹੀਂ ਹੁੰਦੇ ਖੜੇ ਰਵਾਂਗੇ। ਅਸੀਂ ਵੀ ਇਹੀ ਆਮ ਆਦਮੀ ਪਾਰਟੀ ਵੀ ਅਕਾਲੀ ਦਲ ਬੀਜੇਪੀ ਵੀ ਇਹੀ ਕਹਿੰਦੀ ਹੈ। ਨਹੀਂ ਆਮ ਆਦਮੀ ਮੈਨੂੰ ਦੇਖੋ ਗੌਰਵ ਜੀ ਸਭ ਤੋਂ ਪਹਿਲਾਂ ਜਦੋਂ ਕਾਨੂੰਨ ਲਾਗੂ ਹੋਏ ਆ ਤੇ ਕੈਪਟਨ ਅਮਰਿੰਦਰ ਸਿੰਘ ਹੀ ਸੀ ਜਦੋਂ ਆਲ ਪਾਰਟੀ ਮੀਟਿੰਗ ਬੁਲਾਈ ਸੈਸ਼ਨ ਬੁਲਾ ਕੇ ਅਸੀਂ ਕਰਕੇ ਭੇਜਿਆ। ਦੱਸੋ ਕਿੱਥੇ ਨਹੀਂ ਅਸੀਂ ਗਏ। ਜਿੰਨੇ ਹੀ ਸਾਡੇ ਕੋਲ ਚੰਨੀ ਸਾਹਿਬ ਹੁਣ ਹੋ ਕੇ ਆਏ ਨੇ ਮਿਲ ਕੇ ਆਏ ਨੇ ਬਾਰ-ਬਾਰ ਅਸੀਂ ਡਿਮਾਂਡ ਕਰ ਰਹੇ ਹਾਂ ਕਿ ਜਿਹੜੇ ਕਾਨੂੰਨ ਤੁਸੀਂ ਜਿਹੜੇ ਕਿਸਾਨ ਮੰਨਦੇ ਨਹੀਂ ਆ ਉਹਨਾਂ ਨੂੰ ਨਹੀਂ ਚਾਹੀਦੇ। 700 ਤੋਂ ਉੱਪਰ ਸ਼ਹੀਦੀਆਂ ਹੋ ਗਈਆਂ ਤੁਸੀਂ ਕਿਉਂ ਜਿੱਦ ਹੋ ਕੇ ਬੈਠੇ ਹੋ ਜਿੱਦ ਫੜ ਕੇ ਬੈਠੇ ਹੋ। ਕੀ ਤੁਹਾਡੀ ਨੱਕ ਕੱਟ ਜੂਗੀ ਜੇ ਗੌਰਵ ਜੀ 132 ਵਾਰੀ ਸੰਵਿਧਾਨ 'ਚ ਚੇਂਜਸ ਹੋ ਸਕਦੀਆਂ ਨੇ ਤੇ ਇਹ ਇੱਕ ਕਿਉਂ ਨਹੀਂ ਹੋ ਸਕਦਾ। ਗੱਲ ਸਿਰਫ ਬੀਜੇਪੀ ਇਹ ਪੋਲਰਾਈਜੇਸ਼ਨ ਆਫ ਵੋਟ ਜੋ ਧਰਮ ਦੀ ਰਾਜਨੀਤੀ ਕਰਦੇ ਆ ਇੱਕ ਸਟੇਟਮੈਂਟ ਲਈਏ ਸਰ। ਮੈਂ ਤੁਹਾਡਾ ਪੁਆਇੰਟ ਆ ਗਿਆ ਉਸ ਦੇ ਉੱਤੇ ਰਿਐਕਟ ਕਰਨਗੇ ਸੂਦ ਸਾਹਿਬ ਪਰ ਧਾਰਨੀ ਜੀ ਕੁਝ ਕਹਿਣਾ ਚਾਹ ਰਹੇ ਨੇ। ਧਾਰਨੀ ਸਾਹਿਬ ਦੇਖੋ ਇਹ ਜਿਹੜੀ ਸੂਦ ਸਾਹਿਬ ਗੱਲ ਕਰਦੇ ਹੈਗੇ ਆ ਮੈਨੂੰ ਬੜਾ ਚੰਗਾ ਲੱਗਿਆ ਕਿ ਉਹ ਵੀ ਵਕੀਲ ਹੈਗੇ ਆ ਪਰ ਮੈਂ ਸੂਦ ਸਾਹਿਬ ਨੂੰ ਇਹ ਪੁੱਛਦਾ ਹੈਗਾ ਕਿ ਡੈਮੋਕ੍ਰੇਸੀ ਦੀ ਗੱਲ ਇਹ ਬਾਰ-ਬਾਰ ਕਰ ਰਹੇ ਹੈਗੇ ਆ ਜੀ। ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ। ਡੈਮੋਕ੍ਰੇਸੀ ਉਹ ਚੀਜ਼ ਹੈਗੀ ਆ ਜਿਹੜੀ ਇਹ ਸਾਰੇ ਸਿਸਟਮ ਨੂੰ ਚਲਾਉਂਦੀ ਹੈਗੀ ਆ। ਮੈਂ ਪੁੱਛਦਾ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਡਿਸੀਜਨਸ ਕਰ ਦਿੰਦੀ ਆ ਜਾਂ ਜਸਟਿਸ ਕਰ ਦਿੰਦੀ ਆ ਉਹਨੂੰ ਅੱਗੇ ਮਸ਼ੀਨਰੀ ਹੈਗੀ ਹੈ ਡੈਮੋਕ੍ਰੇਸੀ ਦੇ ਵਿੱਚ ਜਿਹਨੇ ਐਗਜ਼ੀਕਿਊਟ ਕਰਨਾ ਹੁੰਦਾ ਹੈਗਾ। ਉਹ ਐਗਜ਼ੀਕਿਊਟਿਵ ਪਾਰਲੀਮੈਂਟ ਦੀਆਂ ਗੱਲਾਂ ਕਰਦੇ ਆ ਪਾਰਲੀਮੈਂਟ ਦਾ ਬਾਰੇ ਮੈਨੂੰ ਦੱਸ ਰਹੇ ਹੈਗੇ ਆ। ਮੈਂ ਇਹਨਾਂ ਨੂੰ ਪੁੱਛਦਾ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਝਾੜਾ ਕੱਲ ਵੀ ਮਾਰੀਆਂ ਕਿ ਲਖੀਮਪੁਰ ਖੀਰੀ ਦੇ ਵਿੱਚ ਕੀ ਕੁਝ ਹੋਇਆ ਪਰ ਐਗਜ਼ੀਕਿਊਟਿਵ ਜਿਹੜੀਆਂ ਬਾਡੀਜ਼ ਹੈਗੀਆਂ ਉਹਨਾਂ ਦਾ ਹੈਡ ਕੌਣ ਹੈਗਾ ਮਿਸਟਰ ਮਿਸ਼ਰਾ ਜਿਹੜੇ ਰਾਜ ਮੰਤਰੀ ਹੈਗੇ ਆ। ਸਵਾਲ ਤਾਂ ਇਹ ਹੈਗਾ ਕਿ ਇਹਨਾਂ ਨੇ ਡੈਮੋਕ੍ਰੇਸੀ ਦਾ ਸੰਵਿਧਾਨ ਦਾ ਤਾਂ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ। ਔਰ ਦੂਜੀ ਗੱਲ ਦੇਖੋ ਦੋ ਤਰੀਕੇ ਹੁੰਦੇ ਹੈਗੇ ਆ। ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਾਂ ਤਾਂ ਕੋਈ ਰਿਟ ਫਾਈਲ ਕਰਦਾ ਹੈਗਾ ਜਾਂ ਉਹ ਆਪਣੇ ਆਪ ਸੂਓ ਮੋਟੋ ਜਿਹੜਾ ਹੈਗਾ ਕੋਈ ਵੀ ਫੈਸਲਾ ਲੈਂਦੀ ਹੈਗੀ ਆ। ਜੇ ਉਹ ਸੂਓ ਮੋਟੋ ਜਿਹੜਾ ਇਹ ਮਸਲਾ ਚੱਲਦਾ ਹੈਗਾ ਇਹਦੇ ਵਿੱਚ ਬਹੁਤ ਪਹਿਲਾਂ ਸੂਓ ਮੋਟੋ ਫੈਸਲਾ ਲੈ ਕੇ ਇਹਨੂੰ ਐਮੀਕੇਬਲੀ ਕਿਤੇ ਨਾ ਕਿਤੇ ਸੈਟਲ ਕਰਾਉਣਾ ਚਾਹੀਦਾ ਸੀ। ਜਦੋਂ ਤੁਸੀਂ ਸੋਚ ਕੇ ਦੇਖੋ ਇੱਕ ਮਿੰਟ ਜੀ ਤੁਸੀਂ ਸੋਚ ਕੇ ਦੇਖੋ ਕਿ ਸ਼ੁਰੂ ਦੇ ਵਿੱਚ ਸੁਪਰੀਮ ਕੋਰਟ ਨੇ ਕਿਸ ਤਰ੍ਹਾਂ ਫਟਾਫਟ ਕਰਕੇ ਉਹ ਜਿਹੜੇ ਹੈਗੇ ਇਹ ਤਿੰਨੇ ਕਾਨੂੰਨ ਉਹਨਾਂ ਸਟੇ ਕੀਤਾ ਪਰ ਕੰਡੇ ਕਿਸੇ ਨਹੀਂ ਲਾਇਆ ਹੈਗਾ। ਇੱਕ ਖੂਹ ਦੇ ਵਿੱਚ ਇੱਕ ਜਿਹੜੀ ਹੈਗੀ ਆ ਉਹ ਅੱਜ ਵੀ ਪਈ ਹੈਗੀ ਆ। ਕਿਸਾਨ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈ। ਠੀਕ ਹੈ ਤੁਹਾਡਾ ਪੁਆਇੰਟ ਆ ਗਿਆ। ਤੁਸੀਂ ਕਹਿ ਰਹੇ ਹੋ ਕਿ ਸਿਓ ਮੋਟੋ ਹੋਣਾ ਚਾਹੀਦਾ ਸੀ ਮਾਮਲਾ ਹੱਲ ਕਰਵਾਵੇ ਦੇਸ਼ ਦੀ ਪਾਰਲੀਮੈਂਟ ਦੇਸ਼ ਦੀ ਸਭ ਤੋਂ ਵੱਡੀ ਅਦਾਲਤ। ਸੂਦ ਸਾਹਿਬ ਮਨਜੀਤ ਜੀ ਮੈਂ ਤੁਹਾਡੇ ਕੋਲ ਆਣਾ। ਸੂਦ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਸੂਦ ਸਾਹਿਬ ਛੋਟਾ ਜਿਹਾ ਰਿਐਕਸ਼ਨ ਜੀ ਕੋਲ ਰੁਕ ਕਰਾਂਗਾ ਫਿਰ। ਗੌਰਵ ਜੀ ਮੈਂ ਧਾਰਨੀ ਸਾਹਿਬ ਦੀ ਵੀ ਗੱਲ ਕਰਾਂਗਾ ਔਰ ਖੁੱਲਰ ਸਾਹਿਬ ਦੀ ਵੀ। ਇਹ ਜਿਹੜਾ ਸੁਪਰੀਮ ਕੋਰਟ ਦੀ ਗੱਲ ਕਰਦੇ ਆ ਨਾ ਦੇਖੋ ਦੇਸ਼ ਦੀ ਚੁਣੀ ਹੋਈ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਪ੍ਰੋਟੈਸਟ ਕੋਈ ਕਰ ਸਕਦਾ ਉਹਦਾ ਵਿਰੋਧ ਕੋਈ ਕਰ ਸਕਦਾ ਹੈਗਾ। ਮਾਮਲਾ ਉਹਦੇ ਬਾਅਦ ਸੁਪਰੀਮ ਕੋਰਟ ਚਲਾ ਗਿਆ ਕਾਨੂੰਨ ਸਟੇਟ ਹੈਗੇ ਆ। ਜਿਸ ਕਾਨੂੰਨ ਸਟੇ ਹੈਗੇ ਆ ਤਾਂ ਇਹਦਾ ਮਤਲਬ ਅਸੀਂ ਪਹਿਲਾਂ ਹੀ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਕੋਲ ਸਬਮਿਟ ਹੋਣ ਲਈ ਤਿਆਰ ਨਹੀਂ। ਬਾਕੀ ਪਾਰਲੀਮੈਂਟ ਜਿਹੜੀ ਹੈਗੀ ਉਹ ਕਾਨੂੰਨ ਬਣਾਉਂਦੀ ਆ ਤੇ ਜਿਹੜੀ ਹਾਈ ਕੋਰਟ ਆ ਉਹ ਇੰਟਰਪ੍ਰੈਟ ਕਰਦੀ ਆ ਕਾਨੂੰਨਾਂ ਨੂੰ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਖੁੱਲਰ ਸਾਹਿਬ ਤਾਂ ਮੈਂ ਖੁੱਲਰ ਸਾਹਿਬ ਦਾ ਵੀ ਧਿਆਨ ਲਿਆ ਦਵਾਂ ਵੀ ਤੁਹਾਡੇ ਮੈਨੀਫੈਸਟੋ ਦੇ ਵਿੱਚ ਇਹ ਲਿਖਿਆ ਖੁੱਲੀ ਮੰਡੀ ਤੁਸੀਂ ਉਹ ਕਾਨੂੰਨ ਬਣਾਇਆ 18 ਦੇ ਵਿੱਚ ਸਾਰਾ ਖੁੱਲੀ ਮੰਡੀ ਦਾ। ਔਰ ਸ਼੍ਰੋਮਣੀ ਅਕਾਲੀ ਦਲ ਮੈਂ ਬੜੇ ਅਦਬ ਨਾਲ ਕਹਿਣਾ ਕਿ ਤਿੰਨਾਂ ਕਾਨੂੰਨਾਂ ਦਾ ਡਟ ਕੇ ਇਹਦਾ ਰਾਗ ਗਾਉਂਦੇ ਰਹੇ ਆ। ਸਾਰੇ ਇਹਨਾਂ ਦੇ ਵੱਡੇ ਲੀਡਰਾਂ ਨੇ ਇਹਦੇ ਹੱਕ 'ਚ ਪ੍ਰੈਸ ਕਾਨਫਰੰਸਾਂ ਕੀਤੀਆਂ। ਫਿਰ ਜੇ ਮੈਂ ਕਹਿ ਦਵਾਂ ਵੀ ਵੋਟ ਦੀ ਰਾਜਨੀਤੀ ਨਹੀਂ ਆ ਜਾਂ ਵੋਟ ਪਿੱਛੇ ਉਧਰ ਨਹੀਂ ਭੱਜੇ ਕਿਸਾਨ ਅੰਦੋਲਨ 'ਚ ਤਾਂ ਗਲਤ ਕਿੱਥੋਂ ਆ ਮੈਨੂੰ ਦੱਸੋ। ਇਹਨਾਂ ਨੇ ਆਪਣਾ ਸਟੈਂਡ ਹੀ ਸਾਰਿਆਂ ਨੇ ਚੇਂਜ ਕਰ ਲਿਆ। ਪਹਿਲਾਂ ਆਪ ਹੀ ਇਸ ਕਾਨੂੰਨ ਲਈ ਜੋ ਸਰਦਾਰ ਸਿੰਘ ਜੋਹਲ ਨੂੰ ਸਪੋਰਟ ਕਰਦੇ ਆ। ਸੂਦ ਸਾਹਿਬ 2013 ਚ ਸੂਦ ਸਾਹਿਬ ਤੁਸੀਂ ਵੀ ਉਦੋਂ ਹੈਗੇ ਸੀ 2013 ਮਾਰਚ ਦੀ 26 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਬੀਜੇਪੀ ਨੇ ਰਲ ਕੇ ਕਾਨੂੰਨ ਪਾਸ ਕੀਤਾ। ਠੀਕ ਹੈ ਜੀ ਉਹਦੇ ਚ ਸਜ਼ਾ ਦਾ ਪ੍ਰਾਵਧਾਨ ਤੇ ਨਾਲ ਜੁਰਮਾਨੇ ਦੀ ਗੱਲ ਮੁੱਢ ਤੁਸੀਂ ਬੰਨਿਆ ਕਾਂਗਰਸ ਦੇ ਕਿ ਸਾਨੂੰ ਸਸਪੈਂਡ ਕੀਤਾ ਗਿਆ
ਉਸ ਤੋਂ ਬਾਅਦ ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਦਾ ਜ਼ਿੰਮੇਦਾਰ ਹੈ ਕਾਲੇ ਕਾਨੂੰਨ ਲਿਆਉਣ। ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇੱਕ ਵਾਰੀ ਵੀ ਪ੍ਰੋਟੈਸਟ ਲਾਂਚ ਨਹੀਂ ਕੀਤਾ, ਕੋਈ ਡਿਸੈਂਟ ਨੋਟ ਨਹੀਂ ਧਾਰਨੀ ਸਾਹਿਬ ਤੁਹਾਡੇ ਤੇ ਵੀ ਉਂਗਲਾਂ ਉੱਠ ਗਈਆਂ। ਵਿਰੋਧ ਹੋਇਆ, ਇਹ ਵਾਪਸੀ ਹੈ, ਯੂ ਟਰਨ ਮਾਰ ਗਏ। ਖੁੱਲਰ ਸਾਹਿਬ ਆਪਣੀ ਗੱਲ ਵੀ ਕਰ ਲਓ। ਆਪਣੀ ਦੇ ਵਿੱਚ ਮੰਡੀਆਂ ਦੀ ਮਜ਼ਬੂਤੀ ਦੀ ਗੱਲ ਕੀਤੀ ਹੈ। ਅਸੀਂ ਧਾਰਨੀ ਸਾਹਿਬ ਥੋੜਾ ਜਿਹਾ ਕਮੈਂਟ, ਮੈਂ ਸਰਵਿਸ ਲੇਨ ਵਾਲੇ ਪੁਆਇੰਟ ਤੇ ਆਉਣਾ ਹੈ, ਸਮਾਂ ਆਪਣੇ ਕੋਲ ਪੂਰਾ ਹੋਣਾ। ਮੈਂ ਛੋਟਾ ਜਿਹਾ ਪੁਆਇੰਟ, ਧਾਰਨੀ ਸਾਹਿਬ ਇੱਕ ਛੋਟਾ ਜਿਹਾ ਪੁਆਇੰਟ ਤੁਹਾਡਾ, ਮੈਂ ਉਸ ਤੋਂ ਬਾਅਦ ਸਰਵਿਸ ਲੇਨ ਵਾਲੇ ਮਾਮਲੇ ਤੇ ਆਉਂਗਾ। 1000 ਕਰੋੜ ਦੇ ਕਰਜ਼ੇ ਮਾਫ ਕੀਤੇ, ਤੁਸੀਂ ਕੀ ਕੀਤਾ? ਠੀਕ ਹੈ ਧਾਰਨੀ ਸਾਹਿਬ ਹਾਂ, ਬੜੇ ਕਰਜ਼ੇ ਮਾਫ ਕਰਤੇ, ਆੜ੍ਹਤੀਆਂ ਦੇ ਵੀ ਕਰਤੇ, ਸ਼ਾਹੂਕਾਰਾਂ ਦੇ ਵੀ ਕਰਤੇ, ਸਾਰੇ ਕਰਜ਼ੇ ਮਾਫ ਹੋ ਗਏ। 2 ਲੱਖ ਕਰੋੜ ਮਾਫ ਕਰਤਾ ਤੁਸੀਂ। ਠੀਕ ਹੈ ਸੂਦ ਸਾਹਿਬ, ਥੋੜਾ ਜਿਹਾ ਸਮਾਂ ਦਿਓ ਸਰ, ਥੋੜਾ ਜਿਹਾ ਧਾਰਨੀ ਸਾਹਿਬ ਨੂੰ ਗੱਲ ਕੰਪਲੀਟ ਕਰ ਲੈਣ ਦਿਓ, ਸਮਝ ਆਵੇ ਲੋਕਾਂ ਨੂੰ ਨਾ, ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕੀ ਕਹਿਣਾ ਚਾਹੁੰਦੇ ਆਪਾਂ। ਧਾਰਨੀ ਸਾਹਿਬ ਗੱਲ ਰੱਖੋ। ਕੋਈ ਨਹੀਂ, ਕਿਸਾਨ ਅੰਦੋਲਨ ਦੇ ਸਹਾਰੇ ਤੁਸੀਂ ਤਰਨਾ ਚਾਹੁੰਦੇ ਆ। 2013 ਦੇ ਵਿੱਚ ਕੋਈ ਕਾਨੂੰਨ ਪਾਸ ਨਹੀਂ ਹੋਇਆ। ਸਾਡੇ ਪੱਲੇ ਕੁਝ ਨਹੀਂ ਹੈ, ਬੀਜੇਪੀ ਦੀ ਬਿਲਕੁਲ ਜ਼ਮੀਨ ਹੋ ਚੁੱਕੀ ਹੈ। ਬਾਈ ਚ ਪਤਾ ਲੱਗੇਗਾ 5 ਸਟੇਟਾਂ ਚ ਇਹ ਤੁਹਾਡਾ ਹੱਲ ਹੁੰਦਾ। ਤੁਸੀਂ ਕਾਂਗਰਸ ਨੂੰ ਦੱਸੋ, ਅਸੀਂ ਕੰਮਾਂ ਦੀ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਆਪਣੇ ਆਪ ਹੀ ਸਕ੍ਰੈਪ ਹੋ ਜਾਂਦਾ ਹੈ। ਔਰ ਦੂਜੀ ਗੱਲ ਦੇਖੋ, ਜੇ ਅਸੀਂ ਇਸ ਚੀਜ਼ ਦਾ ਹੀ ਖਮਿਆਜਾ ਭੋਗ ਰਹੇ ਹੈਗੇ ਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਦੋ ਹੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਔਰ ਰਾਜ ਸਭਾ ਦੇ ਵਿੱਚ ਇਹਨੂੰ ਆਬਜੈਕਟ ਕੀਤਾ ਸੀ। ਕਾਂਗਰਸ ਨੇ ਆਬਜੈਕਟ ਨਹੀਂ ਕੀਤਾ, ਕਾਂਗਰਸ ਵਾਲੇ ਵਾਕਆਊਟ ਕਰਕੇ ਚਲੇ ਗਏ ਸੀ, ਆਮ ਆਦਮੀ ਵੀ ਵਾਕਆਊਟ ਕਰਕੇ ਚਲੇ ਗਏ ਸੀ। ਪਹਿਲੇ ਕੋਈ ਵੋਟਿੰਗ ਨਹੀਂ ਹੋਈ, ਵਾਕਆਊਟ ਪ੍ਰੋਟੈਸਟ ਦੇ ਤੌਰ ਤੇ ਗਏ ਸੀ, ਅਸੀਂ ਉਹਨੂੰ ਮੰਨੇ ਨਹੀਂ। ਰਾਜ ਸਭਾ 'ਚ ਕੋਈ ਵੋਟਿੰਗ ਨਹੀਂ ਕੀਤੀ ਗਈ। ਤੁਸੀਂ ਗੱਲ ਨੂੰ ਐਵੇਂ ਇੱਧਰ ਘੁਮਾਇਆ ਨਾ ਕਰੋ। ਧਾਰਨੀ ਸਾਹਿਬ ਧਾਰਨੀ ਸਾਹਿਬ, ਤੁਸੀਂ ਵਕੀਲ ਬੜੇ ਸਿਆਣੇ ਹੋ, ਗੱਲ ਨੂੰ ਮੰਨੋ ਕਿ ਤੁਸੀਂ ਠੀਕ ਹੈ ਸਰ, ਥੋੜਾ ਜਿਹਾ ਖੁੱਲਰ ਸਾਹਿਬ, ਅਮਰਦੀਪ ਠੀਕ ਹੈ ਧਾਰਨੀ ਸਾਹਿਬ, ਖੁੱਲਰ ਸਾਹਿਬ ਥੋੜਾ ਜਿਹਾ ਹੋਲਡ ਕਰੋ। ਆਪਾਂ ਮਨਜੀਤ ਜੀ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ, ਕਿਸਾਨਾਂ ਦਾ ਇਸ਼ੂ ਹੈ ਤੇ ਉਹਨਾਂ ਨੂੰ ਸਮਾਂ ਮਿਲਣਾ ਸਭ ਤੋਂ ਅਹਿਮ ਹੈ। ਮਨਜੀਤ ਜੀ, ਸੁਣਿਆ ਤੁਸੀਂ ਸਾਰਾ ਕੁਝ ਕੀ ਹੋ ਰਿਹਾ, ਪਰ ਮੈਂ ਅਗਲੇ ਪੁਆਇੰਟ ਤੇ ਆਉਣਾ। ਜੇ ਗਾਜ਼ੀਪੁਰ 'ਚ ਸਰਵਿਸ ਲੇਨ ਖੋਲ ਕੇ ਰਾਹ ਬਹਾਲ ਕਰ ਦਿੱਤਾ ਗਿਆ ਤਾਂ ਕੀ ਗਾਜ਼ੀਪੁਰ ਤੋਂ ਬਾਅਦ ਹੁਣ ਸਿੰਘੂ ਤੇ ਟਿੱਕਰੀ 'ਚ ਵੀ ਇਹ ਵਿਚਾਲੇ ਵਾਲਾ ਰਾਹ ਹੋ ਸਕਦਾ ਹੈ? ਵੀਰ ਜੀ, ਸਾਡੇ ਸਰਵਿਸ ਲੇਨ ਖੁੱਲੀਆਂ ਨੇ, ਕਿਉਂ ਨਹੀਂ ਆਪਾਂ ਮੰਨਦੇ? ਸਾਰੇ ਕਿਸਾਨਾਂ ਨੂੰ ਬਦਨਾਮ ਕੀਤਾ ਹੋਇਆ ਹੈ, ਮੋਰੇ ਦੀਵਾਰ ਸਰਕਾਰ ਨੇ ਕੀਤੀ ਹੋਈ ਹੈ। ਮੈਂ ਇੱਕ ਪੁਆਇੰਟ ਤੇ ਆਉਣਾ, ਇੱਕ ਪੁਆਇੰਟ ਤੇ ਆਉਣਾ ਮਨਜੀਤ ਜੀ, ਸੈਕਿੰਡ। ਸਿੰਘੂ ਬਾਰਡਰ ਤੇ ਜੇ ਕਿਸੇ ਨੇ ਸੋਨੀਪਤ ਮੁਰਥਲ ਵਾਲੇ ਰਾਹ ਤੋਂ ਸਿੱਧਾ ਸਿੰਘੂ ਬਾਰਡਰ ਹੋ ਕੇ ਕਰਨਾਲ ਬਾਈਪਾਸ ਤੇ ਜਾਣਾ ਹੈ ਤਾਂ ਕੀ ਰਾਹ ਖੁੱਲਾ ਹੈ? ਮੈਂ ਕਿਹਾ ਜੀ, ਮੋਰੇ ਦੀਵਾਰ ਹੈ, ਖੁੱਲਾ ਹੈ ਸਰਵਿਸ ਰੋਡ। ਠੀਕ ਹੈ, ਮੁੜ ਕੇ ਆਉਣੀਆਂ, ਮਤਲਬ ਜੇ ਕੋਈ ਕਾਰ ਲੈ ਕੇ ਜਾਵੇ ਤਾਂ ਬੈਰੀਕੇਡ ਤੱਕ ਜਾ ਸਕਦਾ। ਮੈਂ ਕਿਹਾ ਜੀ, ਕਾਰ ਬੈਰੀਕੇਡ ਤੱਕ ਜਾਂਦੀ ਹੈ, ਤੇਜ਼ ਦੇ ਵੀ ਸਾਈਡ ਦੀ ਜਾਂਦੀ ਲੰਘ ਕੇ, ਮੋੜਿਓ ਫਿਰ ਘੁੰਮ ਕੇ ਆਉਂਦੀ ਆ ਪਿੱਛੇ ਨੂੰ, ਕਿਉਂਕਿ ਮੋਰੇ ਦੀਵਾਰ ਹੈ। ਠੀਕ ਹੈ, ਮਤਲਬ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਜੇ ਬੈਰੀਕੇਡ ਹਟਾ ਦਿੱਤੇ ਜਾਣ ਤਾਂ ਸਰਵਿਸ ਲੇਨ ਖੁੱਲੀ ਹੈ, ਲੋਕ ਆਮ ਆ ਜਾ ਪਾਣਗੇ, ਕੋਈ ਦਿੱਕਤ ਨਹੀਂ ਹੋਏਗੀ। ਮੈਂ ਕਿਹਾ ਜੀ, ਅੱਗੇ ਖੁੱਲਾ ਸੀ ਵੀਰ ਜੀ, ਲੋਕ ਦਿੱਲੀ ਦੇ ਆਉਂਦੇ ਜਾਂਦੇ ਹੀ ਸਾਡੇ ਕੋਲ। ਸਰਕਾਰ ਨੇ ਸਾਜ਼ਿਸ਼ ਦੇ ਤਹਿਤ ਦੀਵਾਰ ਕੀਤੀ। ਜਿਹੜੇ ਲੋਕਲ ਲੋਕ ਦਿੱਲੀ ਦੇ ਸਨ, ਉਹ ਸਾਡੇ ਲਈ ਸੁਬਾਹ ਉੱਠ ਕੇ ਨਾਸ਼ਤਾ ਲੈ ਕੇ ਆਇਆ ਕਰਦੇ ਸਨ, ਕੋਈ ਦਹੀਂ, ਕੋਈ ਪਰੌਂਠੇ, ਕੋਈ ਕੁਛ। ਨਹੀਂ ਗਾਜ਼ੀਪੁਰ ਨਹੀਂ ਮਨਜੀਤ ਜੀ, ਦੇਖੋ ਗਾਜ਼ੀਪੁਰ ਜਿਸ ਤਰੀਕੇ ਨਾਲ ਹੋਇਆ ਕਿ ਉੱਥੇ ਇੱਕ ਸਰਵਿਸ ਲੇਨ ਨੂੰ ਖੁਲਵਾਇਆ ਗਿਆ ਤੇ ਬੈਰੀਕੇਡ ਮੈਨੂੰ ਲੱਗਦਾ ਕਿ ਸ਼ਾਇਦ ਹਟਾ ਦਿੱਤੇ ਗਏ, ਉਸ ਤੋਂ ਬਾਅਦ ਰੋਡ ਬਹਾਲ ਹੋਈ ਹੈ, ਤਾਂ ਕੀ ਇਸ ਤਰੀਕੇ ਨਾਲ ਜੇ ਹੁੰਦਾ ਹੈ ਤਾਂ ਐਸਕੇਐਮ ਨੂੰ ਕੋਈ ਇਤਰਾਜ਼ ਨਹੀਂ ਹੋਏਗਾ? ਨਹੀਂ ਦੇਖੋ, ਅਸੀਂ ਤਾਂ ਇੱਕ ਗੱਲ ਕਵਾਂਗੇ ਵੀ ਉੱਥੇ ਕੋਈ ਸਰਵਿਸ ਰੋਡ ਖਾਲੀ ਨਾ ਹੋਏਗੀ, ਉਹਨਾਂ ਨੇ ਖੋਲਤੀ ਹੋਏਗੀ, ਪਰ ਸਾਡੇ ਸਿੰਘੂ ਬਾਰਡਰ ਤੇ ਸਰਵਿਸ ਰੋਡ ਖੁੱਲੀ ਹੈ। ਲੋਕ ਜਾਂਦੇ ਆਉਂਦੇ ਨੇ ਡਿਊਟੀਆਂ ਤੇ, ਦਿੱਲੀ ਜਾਣ ਵਾਲੇ ਜਿਹੜੇ ਸਰਕਾਰੀ ਜੌਬ ਕਰਦੇ ਨੇ, ਸੋਨੀਪਤ ਤੋਂ ਦਿੱਲੀ ਜਾਂਦੇ ਨੇ, ਉਹ ਸਾਡੇ ਉੱਥੇ ਜਾ ਕੇ ਮੋਰਚੇ ਦੇ ਕੋਲੋਂ ਗਲੀਆਂ ਚੋਂ ਹੋ ਕੇ ਜਾਂਦੇ ਨੇ, ਫਿਰ ਜਾਮ ਲੱਗਦਾ ਹੈ। ਔਰ ਉਹ ਸਰਵਿਸ ਰੋਡ ਜਿਹੜੀ ਹੈ ਸਾਡੀ ਬਿਲਕੁਲ ਫ੍ਰੀ ਹੈ, ਦੋਨੋਂ ਸਾਈਡ। ਸਰਕਾਰ ਜਾਣ ਬੁੱਝ ਕੇ ਉਹਨੂੰ ਬਣਾ ਠੀਕ ਹੈ, ਚਲੋ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਆਪਾਂ ਵਾਈਂਡ ਅਪ ਕਰੀਏ ਇਸ ਪੂਰੇ ਮਾਮਲੇ ਨੂੰ। ਮੇਰੀ ਇੱਕ ਬੇਨਤੀ ਸੁਣ ਲਿਓ, ਜੀ ਬੇਨਤੀ ਸੁਣ ਲਿਓ। ਸੂਰ ਸਾਹਿਬ ਦੀ ਗੱਲ ਮੈਨੂੰ ਕੋਈ ਹੁਣ ਤੱਕ ਨਹੀਂ ਜੀ ਸੁਣੀ, ਮੈਂ ਉਹਨਾਂ ਦਾ ਜਵਾਬ ਕੋਈ ਨਹੀਂ ਦੇ ਸਕਿਆ। ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਇਹ ਬਾਕੀ ਧਾਰਨੀ ਸਾਹਿਬ ਦੀ ਵੀ ਸੁਣਦੀ, ਖੁੱਲਰ ਸਾਹਿਬ ਦੀ ਸੁਣਦੀ, ਉਹਨਾਂ ਦੀ ਆਵਾਜ਼ ਨਹੀਂ ਮੈਨੂੰ ਆਉਂਦੀ ਕਿਤੇ ਵੀ। ਉਹਨੇ ਕੀ ਕੁਐਸਚਨ ਕੀਤੇ ਉਹਨਾਂ ਬਾਰੇ ਨਹੀਂ ਮੈਨੂੰ ਪਤਾ, ਪਰ ਮੈਂ ਇਹ ਗੱਲ ਕਵਾਂਗਾ ਕਿ ਇਹ ਬਾਰ-ਬਾਰ ਦੁਹਾਈ ਪਾਉਂਦੇ ਨੇ ਸੁਪਰੀਮ ਕੋਰਟ ਦੀ, ਕਾਨੂੰਨ ਦੀ, ਲਾਅ ਦੀ। ਆਹ ਜਿਹੜੀ ਧਾਰਨੀ ਸਾਹਿਬ ਨੇ ਗੱਲ ਕਹੀ ਸੀ, ਮੈਂ ਉਹਦੇ ਨਾਲ ਸਹਿਮਤ ਹਾਂ ਕਿ ਜਿਹੜੀ ਗੱਲ ਇਹਨਾਂ ਨੇ ਟੋਏ ਪੁੱਟੇ ਸੜਕਾਂ ਦੇ ਵਿੱਚ, ਇਹ ਨੈਸ਼ਨਲ ਪ੍ਰਾਪਰਟੀ ਆ, ਪਬਲਿਕ ਪ੍ਰਾਪਰਟੀ ਹੈ। ਇਹ ਕੇਸ ਦਾ ਉਲਟਾ ਗਵਰਨਮੈਂਟ ਤੇ ਬਣਦਾ ਹੈ, ਇਹ ਕਰੀ ਸਾਡੇ ਤੇ ਫਿਰਦੇ ਨੇ। ਇਹ ਤਾਂ ਸ਼ੜਯੰਤਰਕਾਰੀ ਨੇ ਬੀਜੇਪੀ ਵਾਲੇ। ਠੀਕ ਹੈ, ਚਲੋ ਆਪਾਂ ਹੁਣ ਜਵਾਬ ਲੈ ਲਈਏ, ਸਮਾਂ ਪੂਰਾ ਮੇਰੇ ਕੋਲ, ਜਵਾਬ ਲੈ ਲਈਏ। ਸੂਦ ਸਾਹਿਬ, ਫਾਈਨਲ ਤੁਹਾਡੀ ਸਟੇਟਮੈਂਟ।
ਪੁਆਇੰਟ ਨੰਬਰ 1 ਕਿ ਤੁਸੀਂ ਬੈਰੀਕੇਡ ਯਾਨੀ ਕਿ ਸਰਕਾਰ ਨੇ ਬੈਰੀਕੇਡ ਕੀਤੇ ਨੇ, ਪੁਲਿਸ ਨੇ ਬੈਰੀਕੇਡ ਕੀਤੇ ਨੇ, ਕਿਸੇ ਨੇ ਸੜਕ ਨਹੀਂ ਰੋਕੀ, ਤੁਸੀਂ ਅੱਜ ਚੁਕਵਾ ਦਿਓ, ਉੱਥੋਂ ਲੋਕਾਂ ਦਾ ਆਣਾ ਜਾਣਾ ਬਹਾਲ ਹੋ ਜਾਏਗਾ। ਤੇ ਦੂਜੀ ਗੱਲ ਉਹਨਾਂ ਦੇ ਵੱਲੋਂ ਜੋ ਜ਼ਿਕਰ ਆਖਿਰ ਦੇ ਵਿੱਚ ਕੀਤਾ ਗਿਆ ਕਿ ਜਦੋਂ ਸੜਕਾਂ ਪੁੱਟੀਆਂ ਗਈਆਂ, ਨੈਸ਼ਨਲ ਹਾਈਵੇ ਦੇ ਉੱਤੇ ਟੋਏ ਪੁੱਟ ਦਿੱਤੇ ਗਏ, ਤਾਂ ਉਸ ਦਾ ਵੀ ਕੋਈ ਹਿਸਾਬ ਦੇ ਦਿਓ। ਗੌਰਵ ਜੀ ਇਹ ਸਥਿਤੀ ਕਿਉਂ ਆਈ ਹੈ, ਇਹਦਾ ਜਵਾਬ ਕੌਣ ਦਊਗਾ? ਇਹ ਸੁਣੋ, ਜਿਸ ਢੰਗ ਦੇ ਨਾਲ ਇਹ ਸਾਰਾ ਸਿਸਟਮ ਕੰਟਰੋਲ ਤੋਂ ਬਾਹਰ ਹੋ ਰਿਹਾ ਸੀ, ਪੁਲਿਸ ਪ੍ਰਸ਼ਾਸਨ ਦੀ ਕੀ ਡਿਊਟੀ ਹੁੰਦੀ ਆ? ਚੀਜ਼ਾਂ ਨੂੰ ਕੰਟਰੋਲ ਕਰਨਾ। ਉਹਦੇ ਲਈ ਸੜਕ ਪੁੱਟੀ ਨਹੀਂ ਪੁੱਟੀ, ਬੈਰੀਕੇਡ ਲਾਇਆ ਨਹੀਂ, ਇਹ ਸਮਾਨ ਆਪਣਾ ਸਾਰਾ ਚੁੱਕ ਨਹੀਂ, ਸਰਵਿਸ ਲੇਨ ਤੇ ਖਲਵਾਉਣਾ ਸਰ, ਸਰਵਿਸ ਲੇਨ ਖਲਵਾ ਦਿਓ ਲੋਕਾਂ ਨੂੰ, ਸਰਵਿਸ ਲੇਨ ਤੋਂ ਤਾਂ ਪ੍ਰੋਬਲਮ ਨਾ ਹੋਵੇ। ਨਹੀਂ ਕਿਸੇ ਨੇ ਜਾਣਾ ਮੁਰਸਲ ਵਾਲੇ ਨੇ ਨੈਸ਼ਨਲ ਹਾਈਵੇ ਖਾਲੀ ਹੋਣਾ ਚਾਹੀਦਾ, ਸਾਰਾ ਨੈਸ਼ਨਲ ਹਾਈਵੇ ਖਾਲੀ ਹੋਣਾ ਚਾਹੀਦਾ। ਬਾਕੀ ਲੋਕਾਂ ਲਈ, ਗਰੀਬਾਂ ਲਈ ਕਾਨੂੰਨ ਆ, ਜਿਹੜੇ ਪਾਣੀ ਮੰਗਦੇ ਆ, ਨਾਰੇ ਲਾਉਂਦੇ ਆ, ਕਰਵਾਓ ਨਾ ਸਰ, ਸਰਕਾਰ ਬੀਜੇਪੀ ਦੀ ਕਰਵਾਓ। ਉਹਨਾਂ ਦੇ 3 ਸਾਲ ਦੇ ਪਰਚੇ ਦਰਜ ਹੋਏ ਪਏ ਆ, ਤੇ ਜਿਹੜੇ ਸੜਕਾਂ ਵਾਲੀ ਬੈਠੇ ਆ, ਇਹਨਾਂ ਨੂੰ ਕਿਹੜੀ ਕਾਨੂੰਨ ਦੀ ਇਮਿਊਨਿਟੀ ਆ? ਸਾਰੇ ਇੱਕੋ ਹੀ ਬਰਾਬਰ ਇੰਡੀਆ ਦੇ ਵਿੱਚ। ਸੋ ਇੱਕ ਬੰਦੇ ਪਾਣੀ ਮੰਗਦੇ ਆ, ਸੜਕ ਤੇ ਆ ਕੇ ਨਾਰੇ ਲਾਉਂਦੇ ਆ, ਮਤਲਬ ਉਸੇ ਪੁਆਇੰਟ ਦੇ ਉੱਤੇ ਆ ਕੇ ਆਪਾਂ ਫੇਰ ਖੜ ਗਏ, ਉਸੇ ਪੁਆਇੰਟ ਦੇ ਉੱਤੇ ਆ ਕੇ ਸੂਦ ਸਾਹਿਬ ਸਰਕਾਰ ਨੇ ਰੈਗੂਲੇਟ ਕਰਨਾ, ਸਰਕਾਰ ਕੋਲ ਸੋਵਰਨ ਫੰਕਸ਼ਨ ਆ। ਨਹੀਂ ਸਰ ਠੀਕ ਹੈ, ਪਰ ਦੇਖੋ ਜੇ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਤਾਂ ਜਵਾਬਦੇਹੀ ਤਾਂ ਸਰਕਾਰ ਦੀ ਫੇਰ ਵੀ ਬਣੇਗੀ ਨਾ। ਸਰਕਾਰ ਹੈ, ਹਾਂ, ਸਰਕਾਰ ਦੀ ਜਵਾਬਦੇਹੀ ਤਾਂ ਵੀ ਬਣੇਗੀ। ਸਰਕਾਰ ਨੂੰ ਇਹ ਕੋਈ ਲੋੜ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਬੈਰੀਕੇਡ ਲਾਉਣ ਦੀ ਲੋੜ ਨਹੀਂ ਆਉਂਗਾ ਖੁੱਲਰ ਸਾਹਿਬ ਤੇ ਧਾਰਨੀ ਜੀ, ਨਾ ਸਰਕਾਰ ਨੂੰ ਬੈਰੀਕੇਡ ਲਾਉਣ ਦੀ ਲੋੜ ਹੈ, ਨਾ ਤੁਹਾਡਾ ਵੀ ਧੰਨਵਾਦ ਔਰ ਧੰਨਵਾਦ। ਮਾਫੀ ਚਾਹੂੰਗਾ ਸੂਦ ਸਾਹਿਬ, ਨਹੀਂ ਆ ਪਾਉਂਗਾ ਤੁਹਾਡੇ ਕੋਲ ਹੋਰ ਰਿਐਕਸ਼ਨ ਦੇ ਲਈ। ਤਾਂ ਚਰਚਾ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਉੱਥੇ ਆ ਕੇ ਪੂਰਾ ਮਾਮਲਾ ਖੜਾ ਹੋ ਗਿਆ ਕਿ ਅਸੀਂ ਨਹੀਂ ਬੰਦ ਕੀਤੇ, ਦੂਜੇ ਪਾਸੇ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿਸਾਨਾਂ ਨੇ ਬੰਦ ਕੀਤੇ ਨੇ, ਤਾਂ ਫਿਰ ਇਹ ਰਾਹ ਖੁੱਲਣਗੇ ਕਿਵੇਂ? ਜੋ ਮੈਂ ਸ਼ੁਰੂਆਤ ਕੀਤਾ ਸੀ ਕਿ ਰਾਹ ਤਾਂ ਦੋਵੇਂ ਬੰਦ ਨੇ, ਰਾਹ ਦਿੱਲੀ ਨੂੰ ਜਾਣ ਵਾਲੇ ਵੀ ਬੰਦ ਨੇ ਤੇ ਰਾਹ ਤਾਂ ਗੱਲਬਾਤ ਦੇ ਵੀ ਬੰਦ ਨੇ। ਆਖਿਰ ਦੇ ਵਿੱਚ ਕੁਝ ਲਾਈਨਾਂ ਇਸ ਰਾਹ ਵਾਲੇ ਪੂਰੇ ਇਸ਼ੂ ਦੇ ਉੱਤੇ ਇੱਕ ਸ਼ਾਇਰ ਲਿਖਦੇ ਨੇ ਕਿ ਪਾਣੀ ਹੈ ਮੰਜ਼ਿलें तो राहों का होना ही होगा, पानी है मंजिलें तो राहों का होना ही होगा, कुछ पाने के लिए जिंदगी में कुछ तो खोना ही होगा। ਇਹ ਲਾਈਨ ਦੋਵੇਂ ਤਰ੍ਹਾਂ ਲਈ ਹੈ, ਕਿਸਾਨਾਂ ਲਈ ਵੀ ਤੇ ਕੇਂਦਰ ਸਰਕਾਰ ਦੇ ਲਈ ਵੀ, ਤਾਂ ਕਿ ਦੋਵੇਂ ਅੱਗੇ ਵਧਣ, ਕੁਝ ਗਵਾ ਕੇ ਕੁਝ ਵੱਡਾ ਹਾਸਲ ਕਰ ਲੈਣ ਤੇ ਇਸ ਪੂਰੇ ਮਾਮਲੇ ਨੂੰ ਸਮਾਪਤ ਕੀਤਾ ਜਾ ਸਕੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ